ਭਾਖੈ ਰਵਿਦਾਸ। ਹਰ ਸੋ ਹੀਰਾ ਛਾੜ ਕੇ ਕਰੇ ਆਨ ਕੀ ਆਸ। ਤੇ ਨਰ ਦੋਜਕ ਜਾਏਂਗੇ ਸਤ ਭਾਖੈ ਰਵਿਦਾਸ। ਤੁਮਰੇ ਭਜਨ ਕਟੇ ਜਮ ਫਾਸਾ। ਭਗਤ ਹੇਤ ਗਾਵੈ ਰਵਿਦਾਸਾ। ਹਰ ਜੁਗ ਜੁਗ ਭਗਤ ਉਪਾਇਆ। ਪੈਜ ਰਖਦਾ ਆਇਆ ਰਾਮ ਰਾਜੇ। ਹਰ ਨਾਕਸ ਦੁਸ਼ਟ ਹਰ ਮਾਰਿਆ। ਪ੍ਰਹਿਲਾਦ ਤਰਾਇਆ ਅਹੰਕਾਰੀਆਂ ਨਿੰਦਕਾਂ ਪਿੱਠ ਦੇ। ਨਾਮ ਦਿਓ ਮੁਖ ਲਾਇਆ। ਜਨ ਨਾਨਕ ਐਸਾ ਹਰ ਸੇਵਿਆ। ਅੰਤ ਲੈ ਛੜਾਇਆ ਸੋ ਕਹੋ ਟਲ ਗੁਰ ਸੇਵੀਐ। ਐਨਸ ਸਹਿਜ ਸੁਭਾਏ। ਦਸਨ ਪਰਸਿਐ ਗੁਰੂ ਕੈ। ਜਨਮ ਮਰਨ ਦੁਖ ਜਾਏ। ਹੋਵੈ ਸਿਫਤ ਇਕ ਸੰਮਦੀ ਅਰਸੋਂ ਕੁਰਸੋਂ ਝਟੀਐ। ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟੀਐ। ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟੀਐ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਵਡਹੰਸ ਮਹਲਾ ਚੌਥਾ। ਛੰਤ ਇਕ ਓੰਕਾਰ ਸਤਿਗੁਰ ਪ੍ਰਸਾਦ। ਮੇਰੇ ਮਨ ਸਤਿਗੁਰ ਪ੍ਰੀਤ ਲਗਾਈ ਰਾਮ। ਹਰ 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 ਨਾਮ ਮੇਰੇ ਮਨ ਵਸਾਈ ਰਾਮ। ਹਰ ਹਰ ਨਾਮ ਮੇਰੇ ਮਨ ਵਸਾਈ। ਸਭ ਦੁਖ ਵਿਸਾਰਨ ਹਾਰਾ। ਵਡ ਭਾਗੇ ਗੁਰ ਦਰਸ਼ਨ ਪਾਇਆ। ਧਨ ਧਨ ਸਤਿਗੁਰੂ ਹਮਾਰਾ। ਉਠਤ ਬੈਠਤ ਸਤਿਗੁਰ ਸੇਵਾ। ਜਿਤ ਸੇਵਿਆ ਸ਼ਾਂਤ ਪਾਈ। ਮੇਰੇ ਮਨ ਸਤਿਗੁਰ ਪ੍ਰੀਤ ਲਗਾਈ। ਮੇਰੇ ਮਨ ਸਤਿਗੁਰ ਪ੍ਰੀਤ ਲਗਾਈ ਰਾਮ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਵਾਜ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀਆਂ ਦੀ ਪਵਿੱਤਰ ਪਾਵਨ ਹਜ਼ੂਰੀ ਅੰਦਰ ਸਭਾਏਮਾਨ ਹੋ ਰਹੀ ਗੁਰੂ ਕੀ ਸੰਗਤ। ਆਪ ਸੰਗਤਾਂ ਨੇ ਸਤਿਗੁਰਾਂ ਦੀ ਗੁਰਬਾਣੀ ਦੇ ਕੀਰਤਨ ਸ਼ਬਦ ਸਰਵਨ ਕਰਕੇ ਸਮਾਂ ਸਫਲਾ ਬਣਾਇਆ। ਅੱਜ ਆਪਾਂ ਨੂੰ ਸ਼੍ਰੋਮਣੀ ਭਗਤ ਰਵਿਦਾਸ ਜੀਆਂ ਦਾ ਜੋ ਪ੍ਰਕਾਸ਼ ਦਿਹਾੜਾ ਹੈ, ਜਨਮ ਦਿਹਾੜਾ ਹੈ, ਉਹ ਅੱਜ ਸਾਨੂੰ ਪ੍ਰਾਪਤ ਹੋ ਰਿਹਾ। ਭਗਤ ਜਨਾਂ ਨੇ ਸੰਸਾਰ ਦੇ ਵਿੱਚ ਰਹਿ ਕੇ ਮਨੁੱਖਤਾ ਨੂੰ ਉਪਦੇਸ਼ ਦਿੱਤਾ ਹੈ ਕਿ ਆਪਣੇ ਜਨਮ ਨੂੰ ਸਫਲਾ ਕਿਵੇਂ ਬਣਾਉਣਾ ਹੈ। ਸੋ ਭਗਤ ਜੀਆਂ ਦੇ ਜੀਵਨ ਦੇ ਉੱਪਰ ਵੀ ਵਿਚਾਰਾਂ ਆਪਾਂ ਸਰਵਨ ਕਰਾਂਗੇ।
ਉਸ ਤੋਂ ਪਹਿਲਾਂ ਲੜੀਵਾਰ ਗੁਰਬਾਣੀ ਦੀ ਕਥਾ ਜੋ ਸਤਿਗੁਰੂ ਸਾਨੂੰ ਬਖਸ਼ਿਸ਼ ਕਰ ਰਹੇ ਨੇ, ਆਓ ਮਨ ਦੇ ਧਿਆਨ ਨੂੰ ਟਿਕਾਈਏ, ਬੜੀ ਭਾਵਨਾ ਨਾਲ ਸਰਵਣ ਕਰੀਏ, ਮਿਲ ਕੇ ਆਖੀਏ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਵਡਹੰਸ ਮਹਲਾ ਚੌਥਾ। ਸ਼ੰਤ ਇੱਕ ਓੰਕਾਰ ਸਤਿਗੁਰ ਪ੍ਰਸਾਦ। ਵਡਹੰਸ ਰਾਗ ਦੇ ਅੰਦਰ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਜੀਆਂ ਦੀ ਬਾਣੀ, ਜੋ ਸ਼ੰਤ ਨਾਮ ਦੀ ਬਾਣੀ ਹੈ, ਇਥੋਂ ਪ੍ਰਾਰੰਭ ਹੋ ਰਹੀ ਹੈ। ਇਹ 572 ਅੰਗ ਦੇ ਉੱਪਰ ਮਹਾਰਾਜ ਜੀਆਂ ਨੇ, ਗੁਰੂ ਅਰਜਨ ਸਾਹਿਬ ਪਾਤਸ਼ਾਹ ਨੇ ਆਪਣੇ ਪਿਤਾ ਗੁਰੂ ਰਾਮਦਾਸ ਪਾਤਸ਼ਾਹ ਦੀ ਬਾਣੀ ਅੰਕਿਤ ਕੀਤੀ ਹੈ, ਲਿਖੀ ਹੈ, ਦਰਜ ਕੀਤੀ ਹੈ। ਵਡਹੰਸ ਰਾਗ ਹੈ। ਬਾਣੀ ਨੂੰ ਉਚਾਰਨ ਕਰਨ ਵਾਲੇ ਧੰਨ ਗੁਰੂ ਰਾਮਦਾਸ ਪਾਤਸ਼ਾਹ ਸੋਢੀ ਸੁਲਤਾਨ ਮਹਾਰਾਜ ਸਾਹਿਬ ਨੇ, ਅਤੇ ਸ਼ੰਤ ਇਸ ਬਾਣੀ ਦਾ ਨਾਮ ਹੈ। ਮੰਗਲਾਚਰਨ ਮਹਾਰਾਜ ਲਿਖਦੇ ਨੇ, ਇੱਕ ਓੰਕਾਰ ਸਤਿਗੁਰ ਪ੍ਰਸਾਦ। ਪਰਮੇਸ਼ਰ ਅਕਾਲ ਪੁਰਖ ਨਿਰੰਕਾਰ ਇੱਕ ਹੈ। ਉਸ ਦੀ ਪ੍ਰਾਪਤੀ ਗੁਰੂ ਕਿਰਪਾ ਨਾਲ, ਗੁਰੂ ਰਹਿਮਤ ਨਾਲ ਹੁੰਦੀ ਹੈ। ਸਤਿਗੁਰੂ ਬਖਸ਼ਿਸ਼ ਕਰੇ ਤੇ ਐਸਾ ਪਰਮਾਤਮਾ ਪ੍ਰਾਪਤ ਹੁੰਦਾ ਹੈ ਜਿਹੜਾ ਸਾਰਿਆਂ ਵਿੱਚ ਰਮਿਆ ਹੋਇਆ, ਸਮਾਇਆ ਹੋਇਆ ਹੈ। ਮੇਰੇ ਮਨ ਸਤਿਗੁਰ ਪ੍ਰੀਤ ਲਗਾਈ RAM। ਐ ਮੇਰਿਆ ਮਨਾ, ਐ ਮੇਰਿਆ ਮਨਾ। ਜਦੋਂ ਕੋਈ ਖਾਸ ਬਚਨ ਕਿਸੇ ਨੂੰ ਸਮਝਾਉਣਾ ਹੋਵੇ, ਉਸ ਵੇਲੇ ਉਸ ਨੂੰ ਵਾਰ-ਵਾਰ ਆਖਿਆ ਜਾਂਦਾ। ਇੱਕ ਬਚਨ ਨੂੰ 2 ਵਾਰੀ ਵੀ ਆਖਿਆ ਜਾਂਦਾ ਹੈ। ਸਤਿਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਸਾਹਿਬ ਜੀ ਬਖਸ਼ਿਸ਼ ਕਰਦੇ ਨੇ, ਕਹਿਣ ਲੱਗੇ, ਐ ਮੇਰੇ ਮਨ, ਐ ਮੇਰੇ ਮਨ, ਧਿਆਨ ਦੇ ਨਾਲ ਸੁਣ। ਜੋ ਰਾਮ ਸਰੂਪ ਸਤਿਗੁਰੂ ਪਾਤਸ਼ਾਹ ਹਨ, ਉਹਨਾਂ ਦੇ ਨਾਲ ਸਾਡੇ ਮਨ ਦੀ ਪ੍ਰੀਤੀ ਲੱਗੀ ਹੈ। ਜਾਂ ਆਪਾਂ ਇਸ ਤਰ੍ਹਾਂ ਵੀ ਕਹਿ ਸਕਦੇ ਹਾਂ, ਐ ਮੇਰੇ ਮਨ, ਇਹ ਜੋ ਮਨ ਹੈ, ਇਸ ਨੂੰ ਆਪਣਾ ਮੰਨ ਕੇ ਔਰ ਗੁਰੂ ਨੂੰ ਆਪਣਾ ਮੰਨ ਕੇ ਗੁਰੂ ਦੇ ਨਾਲ ਜਿਹੜੀ ਪ੍ਰੀਤੀ ਪਾਈ, ਪ੍ਰੇਮ ਪਾਇਆ ਹੈ। ਕਿਉਂ ਪਾਇਆ ਹੈ ਗੁਰੂ ਦੇ ਨਾਲ ਪ੍ਰੇਮ? ਕਿਉਂਕਿ ਗੁਰੂ ਰਾਮ ਸਰੂਪ ਹੈ, ਪਰਮੇਸ਼ਰ ਦਾ ਰੂਪ ਗੁਰੂ ਹੈ। ਗੁਰ ਪਰਮੇਸ਼ਰ ਏਕੋ ਜਾਨ। ਗੁਰੂ ਵਿੱਚ ਪਰਮੇਸ਼ਰ ਵਿੱਚ ਫਰਕ ਕੋਈ ਨਹੀਂ ਹੈ, ਇੱਕ ਹੀ ਹਨ ਦੋਵੇਂ। ਐਸੀ ਪ੍ਰੀਤ ਗੁਰੂ ਕਿਰਪਾ ਨਾਲ ਸਾਡੀ ਗੁਰੂ ਨਾਲ ਬਣੀ ਹੈ। ਹਰ 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 ਨਾਮ ਮੇਰਾ ਮਨ ਵਸਾਈ RAM। ਹਰੀ ਹਰ ਪਰਮੇਸ਼ਰ ਸਾਰਿਆਂ ਨੂੰ ਹਰੇ ਭਰੇ ਕਰਨ ਵਾਲਾ, ਸਾਰਿਆਂ ਦੇ ਦੁੱਖਾਂ ਨੂੰ ਹਰ ਕਹੀਏ ਨਾਸ ਕਰਨ ਵਾਲਾ, ਸਾਰਿਆਂ ਨੂੰ ਖੁਸ਼ੀ ਦਾ ਸਮਾਂ ਪ੍ਰਦਾਨ ਕਰਨ ਵਾਲਾ ਐਸਾ ਜੋ ਪਰਮਾਤਮਾ ਹੈ, ਸੋ ਉਸ ਪਰਮਾਤਮਾ ਦੇ ਨਾਲ ਨਾਮ ਦੀ ਦਾਤ ਬਖਸ਼ਿਸ਼ ਕਰਕੇ ਸਾਡੇ ਗੁਰੂ ਨੇ, ਤੇ ਉਸ ਪਰਮਾਤਮਾ ਦਾ ਨਾਮ ਸਾਡੇ ਹਿਰਦੇ ਵਿੱਚ ਵਸਾ ਦਿੱਤਾ ਹੈ। ਐਸੀਆਂ ਦਾਤਾਂ ਪ੍ਰਾਪਤ ਹੋਈਆਂ ਹਨ। ਹਰ ਹਰ ਨਾਮ ਮੇਰੇ ਮਨ ਵਸਾਈ, ਸਭ ਦੁੱਖ ਵਿਸਾਰਨ ਹਾਰਾ। ਦਾ ਜੋ ਨਾਮ ਹੈ, ਜਿਨ੍ਹਾਂ ਨੇ ਹਰ ਹਰ ਕਹਿ ਕੇ ਜਪਿਆ, ਵਾਹਿਗੁਰੂ ਵਾਹਿਗੁਰੂ ਕਹਿ ਕੇ ਜਪਿਆ, ਰਾਮ ਰਾਮ ਕਹਿ ਕੇ ਜਪਿਆ, ਹਰੀ ਹਰ ਕਹਿ ਕੇ ਜਪਿਆ ਹੈ, ਜਿਨ੍ਹਾਂ ਨੇ ਉਸ ਨਾਮ ਨੂੰ ਜਪਿਆ ਹੈ, ਗੁਰੂ ਕਿਰਪਾ ਕਰਕੇ ਫਿਰ ਉਸ ਨਾਮ ਨੂੰ ਮਨ ਦੇ ਵਿੱਚ ਵਸਾ ਦਿੰਦੇ, ਮਨ ਦੇ ਵਿੱਚ ਪਰੋ ਦਿੰਦੇ ਐਸਾ ਨਾਮ। ਤੇ ਪਾਤਸ਼ਾਹ ਕਹਿਣ ਲੱਗੇ, ਉਹ ਨਾਮ ਫਿਰ ਸਾਰਿਆਂ ਦੁੱਖਾਂ ਨੂੰ ਨਾਸ ਕਰਨ ਵਾਲਾ ਹੈ, ਸਭ ਦੁੱਖ ਵਿਸਾਰਨ ਹਾਰਾ। ਜਿੰਨੇ ਦੁੱਖ ਨੇ ਨਾ ਦੁਨੀਆ ਦੇ, ਸਾਰਿਆਂ ਦੁੱਖਾਂ ਨੂੰ ਫਿਰ ਨਾਮ ਨਾਸ ਕਰ ਦਿੰਦਾ, ਦੂਰ ਕਰ ਦਿੰਦਾ ਹੈ। ਐਸੀ ਨਾਮ ਦੀ ਤਾਕਤ ਹੈ। ਵਡ ਭਾਗੀ ਗੁਰ ਦਰਸ਼ਨ ਪਾਇਆ, ਧੰਨ ਧੰਨ ਸਤਿਗੁਰੂ ਹਮਾਰਾ। ਭਾਗਾਂ ਦੇ ਨਾਲ ਭਾਈ ਗੁਰੂ ਦੇ ਦਰਸ਼ਨ ਪ੍ਰਾਪਤ ਹੁੰਦੇ। ਆਪ ਸੰਗਤਾਂ ਆਏ ਹੋ ਨਾ, ਗੁਰੂ ਦਰਬਾਰ ਦੇ ਵਿੱਚ ਬੈਠੇ ਹੋ, ਗੁਰੂ ਦੇ ਦਰਸ਼ਨ ਕਰ ਲਏ ਹੋ। ਵੱਡਿਆਂ ਭਾਗਾਂ ਨਾਲ ਇਹ ਦਰਸ਼ਨਾਂ ਦੀ ਪ੍ਰਾਪਤੀ ਹੁੰਦੀ ਹੈ। ਵਡਭਾਗੀ ਗੁਰ ਦਰਸ਼ਨ ਪਾਇਆ। ਜਿਨ੍ਹਾਂ ਦੇ ਭਾਗ ਵੱਡੇ ਨੇ, ਜਿਨ੍ਹਾਂ ਦੇ ਭਾਗ ਚੰਗੇ ਨੇ, ਉਹਨਾਂ ਨੂੰ ਗੁਰੂ ਦਰਸ਼ਨ ਦੀ ਪ੍ਰਾਪਤੀ ਹੋਈ ਹੈ। ਤੇ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਧੰਨ ਧੰਨ ਸਤਿਗੁਰੂ ਹਮਾਰਾ। ਜੋ ਸਾਡੇ ਸਤਿਗੁਰੂ ਪਾਤਸ਼ਾਹ ਹਨ, ਉਹ ਧੰਨ ਹਨ, ਉਹ ਧੰਨ ਹਨ, ਧੰਨਤਾ ਦੇ ਯੋਗ ਹਨ, ਜੋ ਐਸੇ ਗੁਰੂ ਨੇ ਕਿਰਪਾ ਕਰਕੇ ਸਾਨੂੰ ਪਰਮੇਸ਼ਰ ਨਾਲ ਮਿਲਿਆ ਹੈ। ਉਠਤ ਬੈਠਤ ਸਤਿਗੁਰ ਸੇਵਾ,
ਜਿਤ ਸੇਵੈ ਸ਼ਾਂਤ ਪਾਈ। ਬੈਠਦਿਆਂ ਸਤਿਗੁਰੂ ਦੀ ਸੇਵਾ ਕਰਦੇ। ਸਤਿਗੁਰੂ ਦੀ ਸੇਵਾ ਕੀ ਹੈ? ਸਤਿਗੁਰੂ ਦੀ ਸੇਵਾ ਹੈ ਨਾਮ ਧਿਆਉਣਾ, ਨਾਮ ਜਪਣਾ। ਜਿਹੜੇ ਨਾਮ ਜਪਦੇ, ਨਾਮ ਧਿਆਉਂਦੇ, ਇਹ ਸਭ ਤੋਂ ਵੱਡੀ ਸੇਵਾ ਹੈ ਜੋ ਆਪਣੇ ਗੁਰੂ ਦੀ ਕਰਦੇ ਪਏ। ਉਠਤ ਬੈਠ ਸਤਿਗੁਰੂ ਸੇਵੈ। ਉੱਠਦਿਆਂ ਬੈਠਦਿਆਂ ਚੱਲਦਿਆਂ ਨਾਮ ਜਪਦੇ। ਉੱਠਦਿਆਂ ਵੀ ਗੁਰੂ ਦੀ ਸੇਵਾ, ਬੈਠਣ ਲੱਗਿਆਂ ਵੀ ਗੁਰੂ ਦੀ ਸੇਵਾ ਗੁਰਮੁਖ ਕਰਦੇ। ਕੁਝ ਉੱਠ ਕੇ ਸੇਵਾ ਕਰ ਸਕਦੇ, ਕੁਝ ਬੈਠ ਕੇ ਸੇਵਾ ਕਰ ਸਕਦੇ। ਐਸੇ ਜਿਹੜੇ ਗੁਰਮੁਖ ਸੇਵਾ ਵਿੱਚ ਲੱਗੇ ਹੋਏ, ਜਿਤ ਸੇਵਿਆ ਸ਼ਾਂਤ ਪਾਈ। ਗੁਰੂ ਦੀ ਸੇਵਾ ਕਰਕੇ ਮਨ ਨੂੰ ਸ਼ਾਂਤੀ ਪ੍ਰਾਪਤ ਆਉਂਦੀ ਹੈ, ਮਨ ਸ਼ਾਂਤ ਹੋ ਜਾਂਦਾ ਹੈ। ਐਸੀ ਦਾਤ ਗੁਰੂ ਦੀ ਸੇਵਾ ਵਿੱਚੋਂ ਮਿਲਦੀ ਹੈ। ਮੇਰਾ ਮਨ ਮੇਰੇ ਮਨ ਮਨ ਸਤਿਗੁਰ ਪ੍ਰੀਤ ਲਗਾਈ। ਸਤਿਗੁਰੂ ਪਾਤਸ਼ਾਹ ਬਖਸ਼ਿਸ਼ ਕਰਦੇ ਐ ਮੇਰਿਆ ਮਨਾ, ਐ ਮੇਰਿਆ ਮਨਾ। ਜੇ ਗੁਰੂ ਕਿਰਪਾ ਕਰ ਦੇਵੇ ਤੇ ਮਨ ਗੁਰੂ ਦੇ ਵਿੱਚ ਮੰਨ ਜਾਵੇ, ਮਨ ਗੁਰੂ ਦੇ ਉੱਪਰ ਖੁਸ਼ ਹੋ ਜਾਵੇ, ਮਨ ਗੁਰੂ ਦੀ ਗੱਲ ਮੰਨ ਲਵੇ, ਤੇ ਸਤਿਗੁਰੂ ਪਾਤਸ਼ਾਹ ਜੀ ਫਿਰ ਪ੍ਰੀਤੀ ਜਿਹੜੀ ਪ੍ਰਮਾਤਮਾ ਦੀ ਹੈ ਨਾ, ਹਿਰਦੇ ਵਿੱਚ ਵਸਾ ਦਿੰਦੇ। ਐਸੀ ਦਾਤ ਬਖਸ਼ਿਸ਼ ਕਰ ਦਿੰਦੇ ਹਨ। ਹਉ ਜੀਵਾ ਸਤਿਗੁਰ ਦੇਖ ਸਰਸੇ ਰਾਮ। ਸਤਿਗੁਰਾਂ ਦੇ ਦਿਦਾਰੇ ਕਰਕੇ, ਸਤਿਗੁਰਾਂ ਦੇ ਦਰਸ਼ਨ ਕਰਕੇ ਜਿਉਂਦਾ ਹਾਂ। ਮੇਰਾ ਜਿਉਣਾ ਗੁਰੂ ਦੇ ਦਰਸ਼ਨ ਕਰਕੇ ਹੁੰਦਾ ਹੈ। ਸੋ ਮਹਾਰਾਜ ਕਹਿਣ ਲੱਗੇ, ਦਰਸ਼ਨ ਦੇਖ ਜੀਵਾ ਗੁਰ ਤੇਰਾ। ਸਤਿਗੁਰੂ ਜੀ ਆਪ ਜੀ ਗੁਰ ਜੋ ਚੇਤਨ ਸਰੂਪ ਪਰਮਾਤਮਾ ਹੈ, ਦੇਵ ਸਰੂਪ ਪਰਮਾਤਮਾ ਹੈ, ਪ੍ਰਕਾਸ਼ ਸਰੂਪ ਜੋ ਪਰਮਾਤਮਾ ਹੈ, ਤੁਸੀਂ ਉਹਦਾ ਰੂਪ ਹੋ। ਤੁਹਾਡਾ ਦਰਸ਼ਨ ਦੇਖ ਦੇਖ ਕੇ ਮੇਰਾ ਮਨ ਜਿਉਣਾ ਹੋ ਜਾਂਦਾ ਹੈ, ਮੈਂ ਜਿਉਂਦਾ ਹੋ ਜਾਂਦਾ। ਸੋ ਦਰਸ਼ਨ ਦੇਖ ਜੀਵਾ ਗੁਰ ਤੇਰਾ, ਪੂਰਨ ਕਰਮ ਹੋਏ ਪ੍ਰਭ ਮੇਰਾ। ਤੁਹਾਡੀ ਪ੍ਰਾਪਤੀ ਦਾ ਜਿਹੜਾ ਕਰਮ ਹੈ, ਕਰਮ ਨਾਮ ਤੁਹਾਡੀ ਜੋ ਬਖਸ਼ਿਸ਼ ਹੈ, ਉਹ ਮੇਰੇ ਤੇ ਪ੍ਰਾਪਤ ਹੋਈ ਹੈ, ਜੋ ਆਪ ਜੀ ਦੇ ਦਰਸ਼ਨ ਦਿਦਾਰੇ ਪ੍ਰਾਪਤ ਹੋਏ ਨੇ। ਸੋ ਗੁਰ ਕਾ ਦਰਸ਼ਨ ਦੇਖ ਦੇਖ ਜੀਵਾ, ਗੁਰ ਕੇ ਚਰਨ ਧੋਏ ਧੋਏ ਪੀਵਾਂ। ਗੁਰਬਾਣੀ ਦਾ ਬਚਨ ਹੈ। ਗੁਰਮੁਖ ਜਿਹੜੇ ਨੇ ਆਪਣੇ ਗੁਰੂ ਦਾ ਦਰਸ਼ਨ ਕਰਕੇ ਉਹਨਾਂ ਦਾ ਜਿਉਣਾ ਹੁੰਦਾ ਹੈ। ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿਣ ਲੱਗੇ, ਹਉ ਜੀਵਾ ਸਤਿਗੁਰ ਦੇਖ ਸਰਸੇ ਰਾਮ। ਸਰਸੇ ਤੋਂ ਭਾਵ ਹੈ ਅਧਿਕ ਆਨੰਦਦਾਈ ਗੁਰਾਂ ਦੇ ਦਰਸ਼ਨ ਨੇ। ਅਧਿਕ ਆਨੰਦ, ਜਿਨ੍ਹਾਂ ਦੇ ਬਰਾਬਰ ਕੋਈ ਦੂਜਾ ਆਨੰਦ ਕਿਹਾ ਹੀ ਨਹੀਂ ਜਾ ਸਕਦਾ। ਸੋ ਐਸਾ ਦਰਸ਼ਨ ਸਤਿਗੁਰਾਂ ਦਾ ਹੈ ਜਿਹੜਾ ਆਨੰਦ ਦੇਣ ਵਾਲਾ ਹੈ, ਕਿਉਂਕਿ ਗੁਰੂ ਰਾਮ ਦਾ ਰੂਪ ਹੈ। ਜਿਹੜੇ ਐਸੇ ਗੁਰਮੁਖ ਸੇਵਾ ਕਰਦੇ, ਪ੍ਰਾਪਤੀ ਕਰਦੇ, ਉਹਨਾਂ ਨੂੰ ਪ੍ਰਾਪਤੀ ਹੈ। ਹਰ ਨਾਮ ਦੜਾਏ, ਜਪ ਹਰ ਨਾਮ ਵਿਗਸੇ ਰਾਮ। ਸਤਿਗੁਰੂ ਪਾਤਸ਼ਾਹ ਕੀ ਕਰਦੇ ਨੇ? ਆਪਣੇ ਸੇਵਕ ਨੂੰ ਨਾਮ ਦ੍ਰਿੜ ਕਰਵਾਉਂਦੇ ਨੇ, ਨਾਮ ਜਪਾਉਂਦੇ ਨੇ। ਜਦੋਂ ਆਪਾਂ ਜਾਂਦੇ ਆ ਨਾ ਪੰਜਾਂ ਪਿਆਰਿਆਂ ਦੇ ਕੋਲ ਅੰਮ੍ਰਿਤ ਦੀ ਦਾਤ ਲੈਂਦੇ ਆ, ਉੱਥੇ ਪੰਜ ਪਿਆਰੇ ਸਾਹਿਬਾਨ ਅੰਮ੍ਰਿਤ ਛਕਾ ਕੇ ਫਿਰ ਸਾਨੂੰ ਮੂਲ ਮੰਤਰ ਤੇ ਗੁਰ ਮੰਤਰ ਯਾਦ ਕਰਵਾਉਂਦੇ ਨੇ, ਪੜ੍ਹਾਉਂਦੇ ਨੇ। ਆਪ ਅੱਗੇ ਅੱਗੇ ਬੋਲ ਕੇ ਸਾਨੂੰ ਪਿੱਛੇ ਪਿੱਛੇ ਬੋਲਣ ਦਾ ਹੁਕਮ ਕਰਦੇ। ਉਹਨੂੰ ਕਹਿੰਦੇ ਦ੍ਰਿੜ ਕਰਵਾਉਣਾ, ਮੰਤਰ ਦੇਣਾ। ਸਤਿਗੁਰੂ ਐਸੇ ਪ੍ਰਸੰਨ ਹੋਏ, ਹਰ ਨਾਮ ਦਿਵਾਏ। ਸਤਿਗੁਰਾਂ ਨੇ ਨਾਮ ਆਪ ਜਿੱਥੇ ਜਪਿਆ ਹੈ, ਉੱਥੇ ਪੰਜ ਪਿਆਰਿਆਂ ਦੇ ਰੂਪ ਦੇ ਵਿੱਚ ਆਪਣੇ ਸਿੱਖ ਨੂੰ ਵੀ ਨਾਮ ਮਹਾਰਾਜ ਦੀਆਂ ਨੇ ਦ੍ਰਿੜ ਕਰਵਾਇਆ ਹੈ। ਹਰ ਨਾਮ ਦ੍ਰਿੜਾਏ, ਦ੍ਰਿੜ ਕਰਵਾ ਦਿੱਤਾ ਨਾਮ ਵੀ ਲੈ ਭਾਈ ਆ ਸਿੱਖਾ, ਇਸ ਨਾਮ ਨੂੰ ਜਪ ਤੇਰਾ ਭਲਾ ਹੋਵੇਗਾ। ਜਪ ਹਰ ਨਾਮ ਵਿਗਸੇ ਰਾਮ। ਸੋ ਨਾਮ ਨੂੰ ਜਪ ਕੇ ਗੁਰਮੁਖਾਂ ਦਾ ਮਨ ਜਿਹੜਾ ਹੈ ਉਹ ਖਿੜ ਜਾਂਦਾ ਹੈ, ਪ੍ਰਫੁੱਲਤ ਹੋ ਜਾਂਦਾ, ਖੁਸ਼ ਹੋ ਜਾਂਦੇ। ਖੁਸ਼ੀ ਦੇ ਵਿੱਚ ਐਸੀ ਦਾਤ ਨਾਮ ਦੀ ਪ੍ਰਾਪਤ ਹੁੰਦੀ ਹੈ। ਜਪ ਹਰ ਨਾਮ ਕਮਲ ਪ੍ਰਗਾਸੇ, ਹਰ ਨਾਮ ਨਵੰ ਨਿਧ ਪਾਈ। ਜਿਹੜਾ ਸਾਡਾ ਕਮਲ ਫੁੱਲ ਕੀ ਹੈ? ਸਾਡਾ ਹਿਰਦੇ ਰੂਪੀ ਕਮਲ ਜਿਹੜਾ ਨਾਮ ਜਪ ਕੇ ਖਿੜ ਜਾਂਦਾ ਹੈ। ਜਿਵੇਂ ਸੂਰਜ ਚੜ੍ਹਦਾ ਨਾ ਗੁਰਮੁਖੋ ਆਕਾਸ਼ ਦੇ ਵਿੱਚ, ਤੇ ਸੂਰਜ ਦੀ ਰੋਸ਼ਨੀ ਦੇ ਨਾਲ ਕਮਲ ਦਾ ਫੁੱਲ ਖਿੜ ਜਾਂਦਾ ਹੈ। ਇੱਥੇ ਸੂਰਜ ਕੀ ਹੈ? ਗੁਰੂ ਦਾ ਨਾਮ ਜਪ ਕੇ, ਗੁਰੂ ਦਾ ਨਾਮ ਸੁਣ ਕੇ ਗੁਰਮੁਖਾਂ ਦੇ ਮਨ ਰੂਪੀ ਜਿਹੜੇ ਕਮਲ ਨੇ ਉਹ ਖਿੜ ਜਾਂਦੇ ਨੇ, ਖੁਸ਼ੀ ਆ ਜਾਂਦੀ ਹੈ। ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿਣ ਲੱਗੇ, ਹਰ ਨਾਮ ਨਵੰਗ ਨਿਧ ਪਾਈ। ਨਾਮ ਐਸਾ ਹੈ ਜਿਹੜਾ 9 ਨਿਧੀਆਂ ਤੇ 18 ਸਿੱਧੀਆਂ ਨੂੰ ਦੇਣ ਵਾਲਾ ਹੈ। ਥੋੜ੍ਹੇ ਭੋਜਨ ਨੂੰ, ਥੋੜ੍ਹੀ ਖਾਣ ਵਾਲੀ ਚੀਜ਼ ਨੂੰ ਬਹੁਤਾ ਬਣਾ ਲੈਣਾ, ਆਪਣੇ ਕੱਦ ਨੂੰ ਲੰਮਾ ਕਰ ਲੈਣਾ ਜਾਂ ਬਿਲਕੁਲ ਛੋਟਾ ਕਰ ਲੈਣਾ, ਜਾਂ ਗੁਪਤ ਹੋ ਜਾਣਾ, ਕਿਸੇ ਨੂੰ ਦਿਸਣਾ ਹੀ ਨਾ। ਸੋ
ਇਸ ਤਰ੍ਹਾਂ ਦੇ ਜਿਹੜੇ ਕਾਰਨਾਮੇ ਕਰਨੇ ਇਹ ਨੇ ਰਿਧੀਆਂ ਸਿੱਧੀਆਂ ਜਿਨ੍ਹਾਂ ਨੂੰ ਪ੍ਰਾਪਤ ਹੋ ਜਾਂਦੀਆਂ। ਸਿੱਧਾਂ ਦੇ ਕੋਲ ਰਿਧੀਆਂ ਸਿੱਧੀਆਂ ਦੀ ਦਾਤ ਪ੍ਰਾਪਤ ਹੈ। ਕਦੇ ਮੱਛਰ ਬਣ ਜਾਂਦੇ, ਮੱਖੀ ਬਣ ਜਾਂਦੇ, ਵੱਡੇ ਸ਼ੇਰ ਬਣ ਜਾਂਦੇ, ਕਦੇ ਛੋਟੇ ਜਿਹੇ ਬਣ ਜਾਂਦੇ, ਕਦੇ ਹਵਾ ਦੇ ਵਿੱਚ ਉੱਡਣ ਲੱਗ ਪੈਂਦੇ, ਕਦੇ ਧਰਤੀ ਦੇ ਉੱਪਰ ਬੈਠਦੇ ਪਰ ਧਰਤੀ ਤੋਂ ਉੱਚੇ ਹੋ ਕੇ ਬੈਠਦੇ। ਇਹ ਰਿਧੀਆਂ ਸਿੱਧੀਆਂ ਦੀਆਂ ਦਾਤਾਂ ਨੇ, ਉਹਨਾਂ ਦੇ ਕੋਲ ਪ੍ਰਾਪਤ ਸਨ। ਮਹਾਰਾਜ ਕਹਿਣ ਲੱਗੇ ਨਾਮ ਭਾਈ ਇਹੋ ਜਿਹੀ ਚੀਜ਼ ਹੈ, ਇੱਥੋਂ ਰਿਧੀਆਂ ਸਿੱਧੀਆਂ ਦੀਆਂ ਦਾਤਾਂ ਪ੍ਰਾਪਤ ਹੋ ਜਾਂਦੀਆਂ ਨਾਮ ਜਪ ਕੇ। ਫਿਰ ਮਨੁੱਖ ਚਾਹੇ ਕਿ ਆਪਣਾ ਕੱਦ ਭਾਵੇਂ ਅਸਮਾਨ ਦੇ ਨਾਲ ਲਾ ਲਵੇ, ਇੰਨਾ ਲੰਮਾ ਹੋ ਜਾਏ, ਭਾਵੇਂ ਛੋਟਾ ਕੀੜੀ ਵਰਗਾ ਬਣ ਜਾਏ, ਭਾਵੇਂ ਥੋੜ੍ਹੇ ਜਿਹੇ ਪਦਾਰਥ ਨੂੰ ਬਹੁਤਿਆਂ ਵਿੱਚ ਵਰਤਾ ਦੇਵੇ, ਭਾਵੇਂ ਸਾਰਿਆਂ ਦੇ ਵਿੱਚ ਬੈਠਾ ਹੋਇਆ ਆਪਣੇ ਆਪ ਨੂੰ ਅਲੋਪ ਕਰ ਲਵੇ, ਦਿਸੇ ਹੀ ਕਿਸੇ ਨੂੰ ਨਾ, ਜਾਂ ਇੱਕ ਛਿਣ ਦੇ ਵਿੱਚ ਕਿਤੇ ਤੋਂ ਕਿਤੇ ਪਹੁੰਚ ਜਾਵੇ। ਐਸੀਆਂ ਦਾਤਾਂ ਜਿਹੜੀਆਂ ਨੇ ਇਹਨਾਂ ਨੂੰ ਰਿਧੀ ਸਿੱਧੀ ਆਖਦੇ। ਨਾਮ ਜਪ ਕੇ ਕਹਿੰਦੇ ਪ੍ਰਾਪਤ ਹੁੰਦੀਆਂ ਹਨ। ਹਉਮੈ ਰੋਗ ਗਿਆ ਦੁਖ ਲਾਥਾ, ਹਰ ਸਹਿਜ ਸਮਾਧ ਲਗਾਈ। ਹਉਮੈ ਦਾ ਰੋਗ ਹੈ ਨਾ ਭਾਈ, ਇਹ ਲੈਂਦਾ ਨਹੀਂ ਹੈ। ਦੁਨੀਆ ਦੇ ਵਿੱਚ ਹੰਕਾਰ ਦੇ ਰੋਗ ਦੀ ਦਵਾਈ ਕੋਈ ਨਹੀਂ ਹੈ। ਡਾਕਟਰ ਕੋਲ ਚਲੇ ਜਾਓ, ਵੈਦ ਕੋਲ ਚਲੇ ਜਾਓ, ਦੇਸ਼ ਤੇ ਵਿਦੇਸ਼ ਵਿੱਚ ਚਲੇ ਜਾਓ, ਪਰ ਜੇ ਤੁਸੀਂ ਇਹ ਗੱਲ ਕਹੋ ਨਾ ਵੀ ਹੰਕਾਰ ਦੀ ਦਵਾਈ ਮਿਲੇ ਤੇ ਉਹ ਮਿਲਣੀ ਨਹੀਂ ਕਿਤੇੋਂ। ਹੰਕਾਰ ਦੀ ਦਵਾਈ ਕਿਸੇ ਕੋਲ ਵੀ ਨਹੀਂ ਹੈ। ਸਗੋਂ ਵੱਡੇ ਵੱਡੇ ਲੋਕਾਂ ਨੇ ਤੇ ਆਪ ਹੰਕਾਰ ਚੱਕਿਆ ਹੋਇਆ ਹੈ। ਕਿਸੇ ਨੂੰ ਜਾਤ ਦਾ ਹੰਕਾਰ ਹੈ, ਕਿਸੇ ਨੂੰ ਡਿਗਰੀ ਦਾ, ਕਿਸੇ ਨੂੰ ਮੁਰਾਤਬੇ ਦਾ, ਕਿਸੇ ਨੂੰ ਨੌਕਰੀ ਦਾ, ਕਿਸੇ ਨੂੰ ਆਪਣੇ ਪੈਸੇ ਦਾ, ਤੇ ਕਿਸੇ ਨੂੰ ਜਵਾਨੀ ਦਾ ਹੰਕਾਰ ਹੈ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਹੰਕਾਰ ਤੇ ਸਾਰੀ ਦੁਨੀਆ ਲਈ ਫਿਰਦੀ ਹੈ, ਪਰ ਹੰਕਾਰ ਨੂੰ ਦੂਰ ਕਿਵੇਂ ਕਰਨਾ ਇਹ ਦਵਾਈ ਕਿਸੇ ਕੋਲ ਨਹੀਂ ਹੈ। ਇਹ ਦਵਾਈ ਕੇਵਲ ਗੁਰੂ ਨਾਨਕ ਪਾਤਸ਼ਾਹ ਦੇ ਘਰ ਦੇ ਵਿੱਚ ਹੈ। ਅੰਤਰਜਾਮੀ ਪੁਰਖ ਵਿਧਾਤੇ ਸਰਦਾ ਮਨ ਕੀ ਪੂਰੇ, ਨਾਨਕ ਦਾਸ ਇਹ ਹੈ ਸੁਖ ਮੰਗੈ ਮੋਕੋ ਕਰ, ਸੰਤਨ ਕੀ ਤੂਰੇ। ਇਹ ਦਾਤ ਹੈ ਗੁਰੂ ਨਾਨਕ ਸਾਹਿਬ ਦੇ ਕੋਲ ਵੀ ਆਪ ਗੁਰੂ ਹੁੰਦਿਆਂ ਹੋਇਆਂ ਸਾਧੂਆਂ ਦੇ ਚਰਨਾਂ ਦੀ ਧੂੜ ਦੀ ਮੰਗ ਕਰਦੇ ਪਏ। ਆਖਦੇ ਪਏ ਆਪਣੇ ਮੁਖੋਂ ਵੀ ਮੈਂ ਤੇ ਦਾਸ ਹਾਂ, ਮੈਂ ਤੇ ਸੇਵਕ ਹਾਂ। ਪਾਤਸ਼ਾਹ ਕਹਿਣ ਲੱਗੇ ਭਾਈ ਬਚਨ ਇਹ ਹੈ ਕਿ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਹਉਮੈ ਰੋਗ ਗਿਆ ਦੁਖ ਲਾਥਾ। ਜਦੋਂ ਗੁਰੂ ਦੀ ਸ਼ਰਨ ਵਿੱਚ ਆਉਣਾ ਇੱਥੇ ਹੰਕਾਰ ਦਾ ਰੋਗ ਦੂਰ ਹੋ ਜਾਂਦਾ, ਨਿਮਰਤਾ ਆ ਜਾਂਦੀ ਹੈ। ਮੈਂ ਨਾਹੀ ਕਿਛ ਹਉ ਨਾਹੀ ਕਿਛ ਆਹੇ ਨਾ ਮੋਰਾ, ਇਹ ਬਚਨ ਨੇ ਭਗਤਾਂ ਦੇ। ਮੈਂ ਕੁਝ ਨਹੀਂ ਹਾਂ ਜੀ, ਮੈਂ ਕੁਝ ਨਹੀਂ ਹਾਂ, ਸੋ ਮੇਰਾ ਕੁਝ ਨਹੀਂ ਹੈ ਦੁਨੀਆ ਦੇ ਵਿੱਚ। ਮੈਂ ਤੇ ਆਪ ਜੀ ਦਾ ਦਾਸ ਹਾਂ, ਸੇਵਕ ਹਾਂ। ਇਹ ਹੈ ਜਿਨ੍ਹਾਂ ਨੇ ਹੰਕਾਰ ਨਾਸ ਕੀਤਾ ਹੈ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਜਦੋਂ ਹੰਕਾਰ ਦੂਰ ਹੋ ਗਿਆ ਫਿਰ ਦੁੱਖ ਲਾਥਾ, ਫਿਰ ਦੁੱਖ ਵੀ ਦੂਰ ਹੋ ਗਏ। ਇਹ ਜੰਮਣ ਮਰਨ ਦਾ ਦੁੱਖ ਜਿਹੜਾ ਹੰਕਾਰ ਕਰਕੇ ਹੀ ਬਣਿਆ ਹੋਇਆ। ਮਹਾਰਾਜ ਨੇ ਆਸਾ ਦੀ ਵਾਰ ਵਿੱਚ ਬਚਨ ਕੀਤੇ, ਕਹਿਣ ਲੱਗੇ ਹਉ ਵਿੱਚ ਆਇਆ ਹਉ ਵਿੱਚ ਗਿਆ। ਜਿੰਨਾ ਚਿਰ ਹੰਕਾਰ ਹੈ ਉਹਨਾਂ ਚਿਰ ਹੀ ਜਨਮ ਲੈ ਕੇ ਆਇਆ ਦੁਨੀਆ ਦੇ ਵਿੱਚ। ਦੁਨੀਆ ਦੇ ਵਿੱਚ ਰਹਿ ਕੇ ਵੀ ਹੰਕਾਰ ਕੀਤਾ, ਮੈਂ ਕਰਦਾ ਰਿਹਾ, ਤੇ ਫਿਰ ਮਰ ਕੇ ਹਉ ਵਿੱਚ ਗਿਆ, ਚਲਾ ਵੀ ਗਿਆ ਦੁਨੀਆ ਤੋਂ। ਦੁਬਾਰਾ ਫਿਰ ਉਸੇ ਹੰਕਾਰ ਨੇ ਦੁਨੀਆ 'ਤੇ ਲੈ ਕੇ ਆਂਦਾ। ਪਰ ਜਦੋਂ ਗੁਰੂ ਕਿਰਪਾ ਕਰਕੇ ਇਹ ਹਉਮੈ ਦਾ ਰੋਗ ਮਹਾਰਾਜ ਦੂਰ ਕਰ ਦਿੰਦੇ, ਫਿਰ ਸਹਿਜ ਸਮਾਧ ਲਗਾਈ। ਫਿਰ ਉਹਨਾਂ ਦੀ ਸਹਿਜੇ ਹੀ ਸਮਾਧੀ ਜਿਹੜੀ ਹੈ ਪ੍ਰਮਾਤਮਾ ਦੇ ਸਿਮਰਨ ਵਿੱਚ, ਗੁਰੂ ਦੇ ਧਿਆਨ ਵਿੱਚ ਲੱਗ ਜਾਂਦੀ ਹੈ। ਹਰ ਨਾਮ ਵਡਾਈ ਸਤਿਗੁਰ ਤੇ ਪਾਈ, ਸੁਖ ਸਤਿਗੁਰ ਦੇ ਮਨ ਪਰਸੇ। ਗੁਰੂ ਪਾਤਸ਼ਾਹ ਕਹਿਣ ਲੱਗੇ ਨਾਮ ਦੀ ਵਡਿਆਈ ਸਤਿਗੁਰਾਂ ਦੇ ਕੋਲੋਂ ਪ੍ਰਾਪਤ ਕੀਤੀ ਹੈ। ਜਿਨ੍ਹਾਂ ਨੇ ਨਾਮ ਨੂੰ ਜਪਿਆ ਹੈ ਉਹਨਾਂ ਨੂੰ ਸੁਖ ਦੀ ਪ੍ਰਾਪਤੀ ਜਿੱਥੇ ਹੋਈ ਹੈ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਦੇਵ ਸਰੂਪ ਜਿਹੜੇ ਪ੍ਰਕਾਸ਼ ਸਰੂਪ ਸਤਿਗੁਰੂ ਹਨ ਉਹਨਾਂ ਦੇ ਚਰਨਾਂ ਨੂੰ ਗੁਰਮੁਖ ਪਰਸਦੇ ਹਨ। ਹਉ ਜੀਵਾ ਸਤਿਗੁਰ ਦੇਖ ਸਰਸੇ। ਗੁਰੂ ਦਾ ਦਰਸ਼ਨ ਭਾਈ ਬੜੇ ਆਨੰਦ ਦੇ ਸਮੇਤ ਹੈ। ਗੁਰੂ ਨਾਨਕ ਸਾਹਿਬ ਪਾਤਸ਼ਾਹ ਮਹਾਰਾਜ ਨੇ ਇੱਕ ਵਾਰੀ ਤੁਰਦਿਆਂ ਤੁਰਦਿਆਂ ਪ੍ਰਚਾਰ ਕਰਦਿਆਂ ਇੱਕ ਰਾਜ ਦੇ ਵਿੱਚ, ਇੱਕ ਦੇਸ਼ ਸ਼ਹਿਰ ਦੇ ਵਿੱਚ ਪਹੁੰਚੇ। ਇੱਥੇ ਇੱਕ ਬੜਾ ਮਹਾਤਮਾ ਧਰਮਾਤਮਾ ਰਹਿੰਦੇ ਹਨ, ਤੇ ਉਹਨਾਂ ਦੇ ਕੋਲ ਜਿਹੜਾ ਵੀ ਸੰਤ ਆਉਂਦਾ ਨਾ ਰਾਤ ਨੂੰ ਆਪਣੇ ਘਰੇ ਟਿਕਾਉਂਦੇ। ਉਹਨਾਂ ਨੇ ਘਰ ਦੇ ਵਿੱਚ ਕਮਰੇ ਬਣਾਏ ਹੋਏ ਸਨ ਵੀ ਕੋਈ ਵੀ ਸੰਤ ਇਲਾਕੇ ਵਿੱਚ ਆਵੇ, ਸਾਧੂ ਆਵੇ ਤੇ ਮੇਰੇ ਘਰ ਵਿੱਚ ਰਾਤ ਰਵੇ। ਮੈਂ ਰਾਤ ਨੂੰ ਪ੍ਰਸ਼ਾਦਾ ਛਕਾਉਂਦਾ, ਸਵੇਰੇ ਵੀ ਪ੍ਰਸ਼ਾਦਾ ਛਕਾਉਂਦਾ, ਤੇ ਬੜੀ ਸੇਵਾ ਕਰਦਾ ਚਾਅ ਦੇ ਨਾਲ ਉਹ ਵਿਅਕਤੀ, ਉਹ ਗੁਰਮੁਖ। ਤੇ ਜਦੋਂ ਸੰਤ ਸਾਧੂ ਜਾਣ ਲੱਗਦੇ ਨਾ ਸਵੇਰੇ ਉੱਠ ਕੇ ਆਪਣੇ ਰਾਹ 'ਤੇ ਜਾਂ ਆਪਣੀ ਮੰਜ਼ਿਲ 'ਤੇ, ਤੇ ਉਹ ਸਵਾਲ ਕਰ ਦਿੰਦਾ। ਕਹਿਣ ਲੱਗਾ ਜੀ ਮੇਰਾ ਸਵਾਲ ਇਹ ਹੈ ਵੀ ਸਾਧੂ ਦੇ ਦਰਸ਼ਨ ਕਰਕੇ ਕੀ ਮਿਲਦਾ ਹੈ, ਗੁਰੂ ਦੇ ਦਰਸ਼ਨ ਕਰਕੇ ਕੀ ਮਿਲਦਾ ਹੈ, ਇਹ ਮੇਰਾ ਸਵਾਲ ਹੈ, ਕਿਰਪਾ ਕਰਕੇ ਆਪ ਜੀ ਉੱਤਰ ਦੇਵੋ।
ਤੇ ਜਿਹੜੇ ਮਹਾਤਮਾ ਸਨ ਉਹਨਾਂ ਨੇ ਉੱਤਰ ਦੇਣਾ। ਕਿਸੇ ਨੇ ਕੁਝ ਕਹਿਣਾ, ਕਿਸੇ ਨੇ ਕਹਿਣਾ ਵੇਦਾਂ ਵਿੱਚ ਇਹ ਲਿਖਿਆ, ਕਿਸੇ ਨੇ ਕਹਿਣਾ ਸ਼ਾਸਤਰਾਂ ਵਿੱਚ ਇਹ ਲਿਖਿਆ, ਕਿਸੇ ਨੇ ਕਹਿਣਾ ਫਲਾਣੇ ਗ੍ਰੰਥ ਵਿੱਚ ਇਹ ਲਿਖਿਆ ਹੈ। ਆਪੋ ਆਪਣੀ ਰਮਜ ਮੁਤਾਬਕ, ਗੁਣ ਮੁਤਾਬਕ ਜਾਂ ਗਿਆਨ ਦੇ ਮੁਤਾਬਕ ਸਾਰਿਆਂ ਨੇ ਉੱਤਰ ਦੇਣਾ, ਪਰ ਉਸ ਵਿਅਕਤੀ ਦੀ ਤਸੱਲੀ ਕੋਈ ਨਾ ਹੋਈ। ਮਨ ਦੇ ਵਿੱਚ ਉਹ ਸਵਾਲ ਬਣਿਆ ਹੀ ਹੋਇਆ। ਜਿਹੜਾ ਵੀ ਸਾਧੂ ਆਉਂਦਾ ਹੈ ਉਹਨੂੰ ਇਹ ਸਵਾਲ ਜ਼ਰੂਰ ਕਰਦਾ। ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਇਹਦੇ ਘਰ ਦੇ ਵਿੱਚ ਪਹੁੰਚੇ। ਰਾਤ ਨੂੰ ਇਹਨੇ ਪ੍ਰਸ਼ਾਦੇ ਪਾਣੀ ਦੀ ਸੇਵਾ ਕੀਤੀ। ਜਦੋਂ ਦਿਨ ਚੜ੍ਹਿਆ ਤੇ ਮਹਾਰਾਜ ਦੇ ਅੱਗੇ ਸਵਾਲ ਕੀਤਾ। ਕਹਿਣ ਲੱਗਾ, ਪਾਤਸ਼ਾਹ ਜੀ, ਗੁਰੂ ਦੇ ਦਰਸ਼ਨ ਕਰਨ ਦੇ ਨਾਲ ਜਾਂ ਸਾਧੂ ਦੇ ਦਰਸ਼ਨ ਕਰਨ ਨਾਲ ਕੀ ਮਿਲਦਾ ਹੈ? ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜਾਣੀ ਜਾਣ ਸਣ ਜਾਣ ਗਏ ਵੀ ਇਸ ਨੇ ਇਹ ਸਵਾਲ ਪਹਿਲਾਂ ਸਾਡੇ ਤੋਂ ਹੋਰ ਵੀ ਕਈਆਂ ਨੂੰ ਕੀਤਾ ਹੈ, ਪਰ ਇਹਦੇ ਮਨ ਦੀ ਤਸੱਲੀ ਨਹੀਂ ਹੋਈ ਹੈ। ਹੁਣ ਤਸੱਲੀ ਤਾਂ ਹੋਵੇਗੀ ਜੇ ਅੱਖੀਂ ਵੇਖੇਗਾ। ਸੁਣ ਤੇ ਇਹਨੇ ਬੜਿਆਂ ਦੇ ਕੋਲੋਂ ਲਿਆ ਹੈ ਵੀ ਸਾਧੂ ਦੇ ਦਰਸ਼ਨ ਕਰਕੇ ਇਹ ਹੁੰਦਾ, ਪਰ ਇਹਨੂੰ ਯਕੀਨ ਨਹੀਂ ਹਲੇ ਆਇਆ। ਹੁਣ ਯਕੀਨ ਤਾਂ ਆਵੇਗਾ ਜੇ ਅੱਖਾਂ ਦੇ ਨਾਲ ਵੇਖੇਗਾ। ਤੇ ਪਾਤਸ਼ਾਹ ਕਹਿਣ ਲੱਗੇ, ਤੇਰੀ ਗੱਲ ਦਾ ਜਵਾਬ ਅਸੀਂ ਦੇਵਾਂਗੇ, ਪਰ ਸਾਡਾ ਬਚਨ ਮੰਨ ਕੇ ਚੜ੍ਹਦੀ ਨੂੰ ਦਿਸ਼ਾ ਨੂੰ, ਜਿੱਧਰੋਂ ਸੂਰਜ ਚੜ੍ਹਦਾ ਨੂੰ ਉਸ ਪਾਸੇ ਨੂੰ ਜਾ। ਉੱਥੇ ਇੱਕ ਪਿੱਪਲ ਦਾ ਰੁੱਖ ਹੈ, ਉਹਦੇ ਥੱਲੇ ਕੁਝ ਸਮਾਂ ਬੈਠ ਕੇ ਪਿੱਪਲ ਦੇ ਵੱਲ ਵੇਖ ਕੇ ਵਾਪਸ ਆ ਜਾਈ, ਤੈਨੂੰ ਜਵਾਬ ਮਿਲ ਜਾਏਗਾ। ਸਤਿਗੁਰਾਂ ਦਾ ਬਚਨ ਮੰਨਿਆ, ਝੱਟ ਹੀ ਚੱਲ ਪਿਆ ਉਸ ਪਾਸੇ ਨੂੰ। ਕਹਿਣ ਲੱਗੇ, ਉਸ ਪਿੱਪਲ ਦੇ ਉੱਪਰ ਇੱਕ ਕਾਂ ਤੇ ਇੱਕ ਕੌਣੀ ਬੈਠੇ ਹੋ, ਜੋੜਾ ਬੈਠਾ ਹੋਇਆ ਪੰਛੀਆਂ ਦਾ। ਇਹਨੇ ਵੇਖਿਆ ਉਹਨਾਂ ਦੇ ਵੱਲ, ਪਿੱਪਲ ਦੇ ਵੱਲ। ਇਹਦੇ ਵੇਖਦਿਆਂ ਵੇਖਦਿਆਂ ਉਹਨਾਂ ਦੇ ਜਿਹੜੇ ਰੰਗ ਸਨ ਉਹ ਬਦਲ ਗਏ, ਜੂਨੀ ਬਦਲ ਗਈ, ਹੰਸ ਬਣ ਗਏ। ਬੜਾ ਹੈਰਾਨ ਹੋਇਆ, ਵਾਪਸ ਆ ਗਿਆ। ਸਤਿਗੁਰਾਂ ਨੂੰ ਆ ਕੇ ਕਹਿੰਦਾ, ਮਹਾਰਾਜ ਜਵਾਬ ਤੇ ਕੋਈ ਨਹੀਂ ਮਿਲਿਆ, ਪਰ ਤੁਹਾਡੇ ਕਹਿਣ ਮੁਤਾਬਕ ਮੈਂ ਗਿਆ ਜ਼ਰੂਰ ਆ। ਤੇ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਚੱਲ ਕੱਲ੍ਹ ਨੂੰ ਜਾਈ ਤੇ ਫਿਰ ਤੇਰੇ ਸਵਾਲ ਦਾ ਜਵਾਬ ਤੈਨੂੰ ਅਗਲੇ ਦਿਨ ਮਿਲ ਜਾਏਗਾ। ਵਿਦਵਾਨ ਜਨ ਕਹਿੰਦੇ, ਜਦੋਂ ਦੂਜੇ ਦਿਨ ਗਿਆ, ਉਸੇ ਪਿੱਪਲ ਦੇ ਥੱਲੇ ਜਾ ਕੇ ਜਦੋਂ ਬੈਠਾ ਤੇ ਤੱਕਿਆ ਉਸਨੇ ਪਿੱਪਲ ਦੇ ਵੱਲ, ਤੇ ਕਹਿਣ ਲੱਗੇ, ਉਹ ਹੰਸਾਂ ਦਾ ਜੋੜਾ ਜਿਹੜਾ ਬੈਠਾ ਸੀ ਨਾ, ਉਹ ਔਰਤ ਤੇ ਮਰਦ ਦਾ, ਇਸਤਰੀ ਅਤੇ ਮਰਦ ਦਾ ਬਣ ਗਿਆ ਇਹਦੀ ਨਿਗਾਹ ਪੈਣ ਦੇ ਨਾਲ। ਪਰ ਇਹਦੇ ਸਵਾਲ ਦਾ ਜਵਾਬ ਨਹੀਂ ਇਹਨੂੰ ਮਿਲਿਆ। ਫਿਰ ਇਹਨੇ ਪੁੱਛ ਹੀ ਲਿਆ। ਕਹਿਣ ਲੱਗਾ ਵੀ ਮੈਂ ਇੱਥੇ 2 ਦਿਨ ਤੋਂ ਆ ਰਿਹਾ ਹਾਂ, ਪਰ ਮੈਂ ਇਹ ਕੁਝ ਵੇਖਿਆ ਹੈ, ਪਰ ਮੈਨੂੰ ਸਮਝ ਨਹੀਂ ਆਈ ਵੀ ਇਹਦਾ ਭਾਵ ਕੀ ਹੈ। ਤੇ ਕਹਿਣ ਲੱਗੇ, ਉਹ ਜਿਹੜੀਆਂ ਰੂਹਾਂ ਸਨ ਇਸਤਰੀ ਤੇ ਮਨੁੱਖ ਦੇ ਜਨਮ ਦੇ ਵਿੱਚ ਪ੍ਰਗਟ ਹੋਈਆਂ, ਉਹਨਾਂ ਨੇ ਸਮਝਾਇਆ। ਕਹਿਣ ਲੱਗੇ, ਗੁਰੂ ਦਾ ਦਰਸ਼ਨ ਇੰਨਾ ਵੱਡਾ ਹੁੰਦਾ ਹੈ ਵੀ ਉਸ ਦੇ ਦਰਸ਼ਨ ਨੂੰ ਵਰਣਨ ਨਹੀਂ ਕੀਤਾ ਜਾ ਸਕਦਾ, ਪਰ ਅਸੀਂ ਥੋੜ੍ਹਾ ਜਿਹਾ ਤੈਨੂੰ ਦੱਸ ਸਕਦੇ ਹਾਂ। ਤੂੰ ਹੈ ਗੁਰੂ ਦੇ ਦਰਸ਼ਨ ਕਰਕੇ ਆਇਆ, ਅਸੀਂ ਨਹੀਂ ਕੀਤੇ। ਗੁਰੂ ਦੇ ਦਰਸ਼ਨ ਕੀਤੇ ਤੂੰ, ਤੇਰੇ ਦਰਸ਼ਨ ਕੀਤੇ ਅਸੀਂ ਇੱਥੇ ਆਏ ਤੇ ਸਾਡਾ ਕਾਵਾਂ ਤੋਂ ਜਨਮ ਬਦਲ ਕੇ ਹੰਸਾਂ ਦਾ ਬਣ ਗਿਆ। ਤੂੰ ਫਿਰ ਗੁਰੂ ਦੇ ਦਰਸ਼ਨ ਕੀਤੇ, ਤੇਰੇ ਦਰਸ਼ਨ ਫਿਰ ਅਸੀਂ ਕੀਤੇ, ਅਸੀਂ ਹੰਸਾਂ ਤੋਂ ਬਦਲ ਕੇ ਮਨੁੱਖਾ ਜਨਮ ਦੇ ਵਿੱਚ ਆ ਗਏ। ਪਰ ਇਹ ਤੇ ਅਸੀਂ ਤੇਰੇ ਦਰਸ਼ਨ ਕੀਤੇ, ਸਾਨੂੰ ਇਹ ਫਲ ਮਿਲਿਆ। ਤੂੰ ਜਿਹੜਾ ਆਪ ਦਰਸ਼ਨ ਕਰਕੇ ਆਇਆ, ਤੈਨੂੰ ਕੀ ਫਲ ਮਿਲੇਗਾ ਉਹਦਾ ਵਰਣਨ ਨਹੀਂ ਕੀਤਾ ਜਾ ਸਕਦਾ, ਉਹ ਦੱਸਿਆ ਹੀ ਨਹੀਂ ਜਾ ਸਕਦਾ ਵੀ ਗੁਰੂ ਦੇ ਦਰਸ਼ਨ ਦਾ ਲਾਭ ਕੀ ਹੈ। ਕੋਈ ਗ੍ਰੰਥ ਉਸ ਨੂੰ ਮੁਕੰਮਲ ਤੌਰ ਤੇ ਕਹਿ ਹੀ ਨਹੀਂ ਸਕਦਾ ਹੈ। ਜਦੋਂ ਇਹ ਬਚਨ ਸੁਣਿਆ ਤੇ ਮਨ ਵਿੱਚ ਤਸੱਲੀ ਆ ਗਈ। ਕਹਿਣ ਲੱਗਾ, ਠੀਕ ਹੈ, ਅੱਜ ਮੈਨੂੰ ਸਮਝ ਆਈ ਵੀ ਗੁਰੂ ਦਾ ਦਰਸ਼ਨ ਕਿੱਡਾ ਮਹਾਤਮ ਰੱਖਦਾ ਹੈ, ਕਿੱਡਾ ਵੱਡਾ ਹੈ, ਕਿੰਨਾ ਫਲ ਮਿਲਦਾ ਹੈ, ਮੈਨੂੰ ਅੱਜ ਸੋਝੀ ਪਈ ਹੈ। ਮਹਾਰਾਜ ਬਖਸ਼ਿਸ਼ ਕਰਦੇ ਕਹਿਣ ਲੱਗੇ, ਹੋਂ ਜੀਵਾਂ ਸਤਿਗੁਰ ਦੇਖ ਸਰਸੇ ਰਾਮ। ਸੋ ਗੁਰੂ ਪਾਤਸ਼ਾਹ ਅਦਕ ਆਨੰਦ ਦੇਣ ਵਾਲੇ ਨੇ। ਐਸੇ ਗੁਰਾਂ ਦਾ ਦਰਸ਼ਨ ਦੇਖ ਦੇਖ ਕੇ ਮੈਂ ਜਿਉਂਦਾ ਹਾਂ। ਕੋਈ ਆਣ ਮਿਲਾਵੇ, ਮੇਰਾ ਸਤਿਗੁਰ ਪੂਰਾ ਰਾਮ। ਕੋਈ ਆ ਜਾਵੇ ਗੁਰਮੁਖ, ਕੋਈ ਆ ਜਾਵੇ ਗੁਰਮੁਖ ਰੱਬ ਦੇ ਵੱਲੋਂ ਬਖਸ਼ਿਆ ਹੋਇਆ, ਜਿਹੜਾ ਮੈਨੂੰ ਗੁਰੂ ਦੇ ਨਾਲ ਮਿਲਾ ਦੇਵੇ, ਗੁਰੂ ਦੇ ਦਰਸ਼ਨ ਕਰਵਾ ਦੇਣਾ ਕਰੇ। ਹਉ ਮਨ ਤਨ ਦੇਵਾ, ਤਿਸ ਕਾਟ ਸਰੀਰਾ ਰਾਮ। ਉਸ ਨੂੰ ਆਪਣਾ ਮਨ ਵੀ ਭੇਟ ਕਰਦੇ ਆ, ਉਸ ਨੂੰ ਆਪਣਾ ਤਨ ਵੀ ਭੇਟ ਕਰਦੇ ਆ, ਤੇ ਆਪਣੇ ਸਰੀਰ ਦਾ ਬੋਟੀ ਕੱਟ ਕੇ, ਬੰਦ ਕੱਟ ਕੇ ਉਹ ਸਾਧੂ ਨੂੰ ਮੈਂ ਭੇਟ ਕਰਦੇ ਆ। ਜਿਹੜਾ ਕੋਈ ਐਸਾ ਸਾਧੂ ਮੈਨੂੰ ਮਿਲੇ, ਹਉ ਮਨ ਤਨ ਦੇਵਾਂ, ਤਿਸ ਕਾਟ ਸਰੀਰਾ ਰਾਮ। ਜੋ ਰਾਮ ਸਰੂਪ ਸਤਿਗੁਰੂ ਹਨ, ਕੋਈ ਉਹਨਾਂ ਦੇ ਨਾਲ ਮੈਨੂੰ ਮਿਲਾ ਦੇਵੇ ਤੇ ਮੈਂ ਆਪਣਾ ਤਨ ਤੇ ਮਨ ਉਹਨਾਂ ਦੇ ਅੱਗੇ ਭੇਟਾ ਰੱਖ ਦਿਆਂ। ਕੋਈ ਦੇ ਦਿਆਂ ਉਹਨਾਂ ਨੂੰ ਆਪਣਾ ਮਨ ਤੇ ਦੇ ਦਿਆਂ ਆਪਣਾ ਤਨ। ਕੋਈ ਜਨ ਹਰਸਿਓ ਦੇਵੈ ਜੋਰ, ਚਰਨ ਗਹੋਂ ਬਕੋ ਸੁਭ ਰਸਨਾ ਦੀਜੈ।
ਪ੍ਰਾਣ ਆ ਕੋਰ। ਮੈਂ ਤੇ ਆਪਣੇ ਪ੍ਰਾਣਾਂ ਦੀ ਭੇਟਾ ਵੀ ਉਹਦੇ ਅੱਗੇ ਰੱਖਦੇ ਆ ਜਿਹੜਾ ਗੁਰੂ ਦੇ ਦਰਸ਼ਨ ਕਰਾਉਣਾ ਕਰੇ। ਹਉ ਮਨ ਤਨ ਕਾਟ ਕਾਟ ਦੇ ਜੋ ਸਤਿਗੁਰ ਬਚਨ ਸੁਣਾਏ। ਗੁਰੂ ਦੇ ਬਚਨ ਸੁਣਾ ਦੇਵੇ, ਮੈਂ ਆਪਣਾ ਮਨ ਵੀ ਤੇ ਤਨ ਵੀ ਉਹਦੇ ਅੱਗੇ ਰੱਖ ਦਿਆਂ। ਆਪਣੇ ਤਨ ਨੂੰ ਜੇ ਉਹ ਆਖੇ ਨਾ ਵੀ ਕੱਟ ਕੇ ਮੇਰੇ ਅੱਗੇ ਰੱਖ ਦੇ, ਤੇ ਮੈਂ ਆਪਣੇ ਤਨ ਨੂੰ ਕੱਟ ਕੇ ਵੀ ਉਹਦੇ ਅੱਗੇ ਰੱਖ ਦਿਆਂ ਜਿਹੜਾ ਮੈਨੂੰ ਗੁਰੂ ਦੇ ਬਚਨ ਸੁਣਾ ਦੇਵੇ। ਐਸੀ ਜਿਨ੍ਹਾਂ ਦੀ ਪ੍ਰੀਤ ਬਣੀ ਹੈ, ਐਸੀ ਉਹਨਾਂ ਦੇ ਬਚਨ ਹਨ। ਮੇਰਾ ਮਨ ਬੈਰਾਗ ਭਇਆ ਬੈਰਾਗੀ ਮਿਲ ਗੁਰ ਦਰਸ਼ਨ ਸੁਖ ਪਾਏ। ਗੁਰੂ ਨੂੰ ਮਿਲਿਆ, ਗੁਰੂ ਦੇ ਦਰਸ਼ਨ ਕੀਤੇ, ਸੁਖ ਪ੍ਰਾਪਤ ਹੋਇਆ। ਤੇ ਇਹ ਬੈਰਾਗੀਆਂ ਦੇ ਵਾਂਗ ਮੇਰਾ ਮਨ ਵੀ ਬੈਰਾਗ ਦੇ ਸਹਿਤ ਹੋ ਗਿਆ। ਬੈਰਾਗ ਆ ਗਿਆ ਮਨ ਦੇ ਵਿੱਚ, ਬੈਰਾਗੀ ਬਣ ਗਿਆ ਬੈਰਾਗ ਨੂੰ ਲੈ ਕੇ, ਕਿਉਂਕਿ ਗੁਰੂ ਨੂੰ ਪ੍ਰਾਪਤ ਕਰਕੇ ਸੁਖ ਪ੍ਰਾਪਤ ਹੁੰਦੇ ਹਨ। ਹਰ ਹਰ ਕਿਰਪਾ ਕਰੋ ਸੁਖ ਦਾਤੇ ਦਿਓ ਸਤਿਗੁਰ ਚਰਨ ਹਮ ਧੂਰਾ। ਕਰੋ ਸਤਿਗੁਰੂ ਪਾਤਸ਼ਾਹ ਆਪ ਜੀ ਸੁੱਖਾਂ ਦੇ ਦਾਤੇ ਹੋ, ਤੇ ਮੇਰੇ ਤੇ ਰਹਿਮ ਕਰੋ ਹੈ ਪਰਮਾਤਮਾ, ਮੈਨੂੰ ਸਤਿਗੁਰਾਂ ਦੇ ਚਰਨਾਂ ਦੀ ਧੂੜੀ ਮਿਲ ਜਾਵੇ, ਗੁਰੂ ਕੇ ਸੰਗਤ ਦੀ ਚਰਨਾਂ ਦੀ ਧੂੜੀ ਮਿਲ ਜਾਵੇ। ਕਿਉਂਕਿ ਇਸ ਚਰਨਾਂ ਦੀ ਧੂੜੀ ਦੇ ਨਾਲ ਮੇਰੇ ਪਾਪ ਨਾਸ ਹੋ ਜਾਣਗੇ, ਮੇਰਾ ਕਰਮ ਮਾੜਾ ਨਾਸ ਹੋ ਜਾਏਗਾ, ਮੈਨੂੰ ਪ੍ਰਾਪਤੀ ਹੋ ਜਾਵੇਗੀ। ਐਸੀ ਦਾਤ ਮੈਨੂੰ ਦੇਣਾ ਕਰੋ। ਕੋਈ ਆਣ ਮਿਲਾਵੇ ਮੇਰਾ ਸਤਿਗੁਰ ਪੂਰਾ। ਕੋਈ ਇਹੋ ਜਿਹਾ ਗੁਰਮੁਖ ਬਖਸ਼ੀ ਹੋਈ ਰੱਬ ਦੇ ਵੱਲੋਂ ਕੋਈ ਐਸੀ ਰੂਹ ਆ ਜਾਵੇ ਜਿਹੜੀ ਮੈਨੂੰ ਪੂਰਿਆਂ ਸਤਿਗੁਰਾਂ ਦੇ ਨਾਲ ਮਿਲਾ ਦੇਵੇ। ਐਸੀ ਮੇਰੇ ਤੇ ਕਿਰਪਾ ਹੋਵੇ, ਕੋਈ ਇਹੋ ਜਿਹਾ ਗੁਰਮੁਖ ਮੈਨੂੰ ਮਿਲਣਾ ਕਰੇ। ਗੁਰ ਜੇਵੜ ਦਾਤਾ ਮੈਂ ਅਵਰ ਨਾ ਕੋਈ ਰਾਮ। ਗੁਰੂ ਵਰਗਾ ਦਾਤਾ ਕੋਈ ਨਹੀਂ ਹੈ। ਦੁਨੀਆ ਦੇ ਦਾਤੇ ਤੁਹਾਨੂੰ ਕੀ ਦੇਣਗੇ? ਦੁਨੀਆ ਦੇ ਦਾਤੇ ਕੋਈ ਕੱਪੜੇ ਦਾ ਦਾਨ ਦੇਵੇਗਾ, ਮਾਇਆ ਦਾ ਦਾਨ ਦੇਵੇਗਾ। ਬਹੁਤਾ ਵੱਡਾ ਕੋਈ ਦਾਨੀ ਹੋਵੇਗਾ ਤੇ ਹੋ ਸਕਦਾ ਕੋਈ ਆਪਣਾ ਘਰ ਜਾਂ ਤੈਨੂੰ ਘਰ ਬਣਾਉਣ ਵਾਸਤੇ ਦਾਨ ਦੇ ਦੇਵੇ। ਦੁਨੀਆ ਦੇ ਦਾਨੀ ਤੈਨੂੰ ਸੋਨਾ ਤੇ ਚਾਂਦੀ ਦਾਨ ਦੇ ਦੇਣਗੇ, ਪਰ ਗੁਰੂ ਵਰਗਾ ਦਾਨੀ ਕੋਈ ਨਹੀਂ ਹੈ। ਆਪਾਂ ਬਚਨ ਸਰਵਨ ਕਰਦੇ ਆ ਨਾ, 6ਵੇਂ ਪਾਤਸ਼ਾਹ ਦੇ ਕੋਲ ਇੱਕ ਘਾਈ ਆ ਗਿਆ ਸੀ ਇੱਕ ਟਕਾ ਲੈ ਕੇ, ਤੇ ਪਹਿਲਾਂ ਜਹਾਂਗੀਰ ਦੇ ਕੋਲ ਚਲਾ ਗਿਆ, ਬਾਅਦ ਵਿੱਚ ਗੁਰੂ ਪਾਤਸ਼ਾਹ ਦੇ ਕੋਲ ਆਇਆ। ਤੇ ਜਹਾਂਗੀਰ ਵੀ ਤੇ ਦੁਨੀਆ ਦਾ ਦਾਨੀ ਹੈ ਨਾ, ਉਹ ਆਖ ਸਕਦਾ ਵੀ ਪਿੰਡ ਲੈ ਲਾ, 2 ਪਿੰਡ ਲੈ ਲਾ, ਮੇਰੇ ਕੋਲੋਂ ਪਟਾ ਲਿਖਾ ਲਾ ਜ਼ਮੀਨ ਦਾ, ਧਨ ਪਦਾਰਥ ਲੈ ਜਿੰਨਾ ਚਾਹੀਦਾ, ਪਰ ਮੁਕਤੀ ਨਹੀਂ ਦੇ ਸਕਦਾ। ਮੁਕਤੀ ਮਿਲੀ ਹੈ ਗੁਰੂ ਹਰਗੋਬਿੰਦ ਪਾਤਸ਼ਾਹ ਦੇ ਕੋਲ। ਮਹਾਰਾਜ ਕਹਿਣ ਲੱਗੇ ਦੁਨੀਆ ਵਿੱਚ ਦਾਨੀ ਤੇ ਬੜੇ ਨੇ, ਪਰ ਗੁਰੂ ਵਰਗਾ ਦਾਨੀ ਕੋਈ ਨਹੀਂ ਹੈ। ਗੁਰੂ ਇਹੋ ਹੈ, ਵੱਡਾ ਹੈ, ਸਮਰੱਥ ਹੈ, ਹਰ ਦਾਨੋ ਗੁਰ ਦੇਵੜ ਦਾਤਾ ਮੈਂ ਅਵਰ ਨਾ ਕੋਈ ਰਾਮ। ਗੁਰੂ ਵਰਗਾ ਦਾਤਾ ਹੈ ਹੀ ਕੋਈ ਨਹੀਂ। ਸਤਿਗੁਰੂ ਪਾਤਸ਼ਾਹ ਵੱਡੀ ਤੋਂ ਵੱਡੀ ਦਾਤ ਮੁਕਤੀ ਬਖਸ਼ਿਸ਼ ਕਰ ਦਿੰਦੇ, ਜਨਮਾਂ ਮਰਨਾਂ ਦਾ ਜਨਮ ਤੇ ਮਰਨ ਦਾ ਲੇਖਾ ਜੋਖਾ ਖਤਮ ਕਰ ਦਿੰਦੇ। ਐਸੇ ਵੱਡੇ ਦਾਤੇ ਹਨ। ਹਰ ਦਾਨ ਦੇਵੈ ਹਰ ਪੁਰਖ ਨਿਰੰਜਨ ਸੋਈ ਰਾਮ। ਪਾਤਸ਼ਾਹ ਜੀ ਦਾਨਾਂ ਵਿੱਚੋਂ ਵੱਡਾ ਦਾਨ ਨਾਮ ਦਾ ਬਖਸ਼ਿਸ਼ ਕਰ ਦਿੰਦੇ, ਕਿਉਂਕਿ ਉਹ ਨਿਰੰਜਨ ਅਕਾਲ ਪੁਰਖ ਜੋ ਪਰਮਾਤਮਾ ਪੁਰਖ ਹੈ ਉਸ ਦਾ ਸਰੂਪ ਹਨ ਸਤਿਗੁਰੂ ਜੀ। ਤਾਂ ਨਾਮ ਦੀ ਦਾਤ ਦੇ ਕੇ, ਦਾਨ ਦੇ ਕੇ ਇਸ ਜੀਵ ਨੂੰ ਬਖਸ਼ ਲੈਂਦੇ ਹਨ। ਹਰ ਹਰ ਨਾਮ ਜਿਨੀ ਆਰਾਧਿਆ ਤਿਨ ਕਾ ਦੁੱਖ ਭਰਮ ਭਉ ਭਾਗਾ। ਉਹ ਜਿਨ੍ਹਾਂ ਨੇ ਨਾਮ ਨੂੰ ਆਰਾਧਿਆ, ਨਾਮ ਨੂੰ ਜਪਿਆ, ਦੁੱਖ ਤੇ ਭਰਮ ਉਹਨਾਂ ਦੇ ਦੂਰ ਚਲੇ ਗਏ। ਦੁਨੀਆ ਦੇ ਵਿੱਚ ਸ਼੍ਰੋਮਣੀ ਭਗਤ ਸ੍ਰੀ ਰਵਿਦਾਸ ਜੀ, ਜਿਨ੍ਹਾਂ ਦਾ ਅੱਜ ਪ੍ਰਕਾਸ਼ ਦਿਹਾੜਾ, ਜਨਮ ਦਿਹਾੜਾ ਸੰਗਤਾਂ ਮਨਾ ਰਹੀਆਂ। ਸੋ ਐਸੇ ਵੱਡੇ ਭਗਤ ਨੇ ਦੁਨੀਆ ਦੇ ਵਿੱਚ ਹੋਏ, ਜਿਨ੍ਹਾਂ ਨੇ ਸੰਸਾਰ ਦੇ ਵਿੱਚ ਕਈ ਕਾਰਜ ਕੀਤੇ ਅਤੇ ਮਨੁੱਖਤਾ ਦੇ ਵਿੱਚੋਂ ਭਰਮ ਨੂੰ ਅਤੇ ਇਸੇ ਤਰ੍ਹਾਂ ਊਚ ਨੀਚ ਦੇ ਭੇਦ ਨੂੰ ਉਹਨਾਂ ਨੇ ਖਤਮ ਕੀਤਾ। ਵਿਦਵਾਨ ਜਨਾਂ ਨੇ ਲਿਖਿਆ ਹੈ ਕਿ 115 ਸਾਲ ਦੀ ਉਮਰ ਦੇ ਮਾਲਕ ਸਨ ਭਗਤ ਰਵਿਦਾਸ ਜੀ। ਬੜੀ ਲੰਬੇਰੀ ਉਮਰਾ ਉਹਨਾਂ ਨੂੰ ਪ੍ਰਾਪਤ ਹੋਈ ਹੈ। 1375 ਸਨ ਦੇ ਨੇੜੇ ਬੰਨੇ ਉਹਨਾਂ ਦਾ ਜਨਮ ਜਿਹੜਾ ਹੈ ਨਾ ਕਾਂਸ਼ੀਪੁਰੀ ਦੇ ਵਿੱਚ, ਕਾਂਸ਼ੀ ਸ਼ਹਿਰ ਹੈ, ਕਾਂਸ਼ੀ ਸ਼ਹਿਰ ਦੇ ਨੇੜੇ ਇੱਕ ਪਿੰਡ ਦੇ ਵਿੱਚ ਹੋਇਆ। ਅਤੇ ਸ਼ੁਰੂ ਤੋਂ ਹੀ ਬੰਦਗੀ ਵਾਲੇ ਪਾਸੇ, ਸਿਮਰਨ ਵਾਲੇ ਪਾਸੇ ਉਹਨਾਂ ਦਾ ਧਿਆਨ ਰਿਹਾ। ਜਿਵੇਂ ਕਿ ਭਗਤ ਧੰਨਾ ਜੀ ਨੇ, ਭਗਤ ਕਬੀਰ ਸਾਹਿਬ ਜੀ ਹਨ, ਭਗਤ ਨਾਮਦੇਵ ਜੀ ਨੇ, ਇਹ ਸਾਰੇ ਭਗਤ ਨੇੜੇ ਨੇੜੇ ਸਮੇਂ ਦੇ ਵਿੱਚ ਹੋਏ। ਆਪਾਂ ਕਹਿ ਸਕਦੇ ਹਾਂ ਵੀ ਇੱਕ ਸਦੀ ਵਿੱਚ ਹੀ ਸਾਰੇ ਇਹ ਭਗਤ ਹੋਏ। ਅਤੇ ਆਪਾਂ ਇਹ ਵੀ ਕਹਿ ਸਕਦੇ ਹਾਂ ਕਿ ਇਹ ਜਿੰਨੇ ਵੀ ਭਗਤ ਹਨ ਇਹ ਗੁਰ ਭਾਈ ਸਨ, ਇੱਕ ਦੂਜੇ ਦੇ ਕੋਲੋਂ
ਜਾਂ ਉਹਨਾਂ ਗੁਰੂਆਂ ਦੇ ਕੋਲੋਂ ਮਹਾਤਮਾ ਦੇ ਕੋਲੋਂ ਉਪਦੇਸ਼ ਲੈ ਕੇ ਜਪਣ ਵਾਲੇ। ਤੇ ਭਗਤ ਰਵਿਦਾਸ ਜੀਆਂ ਦੇ 40 ਸ਼ਬਦ ਨੇ ਜਿਹੜੇ ਗੁਰੂ ਅਰਜਨ ਸਾਹਿਬ ਪਾਤਸ਼ਾਹ ਨੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਅੰਕਿਤ ਕੀਤੇ ਨੇ। ਅਤੇ ਉਹ 40 ਸ਼ਬਦ ਜਿਹੜੇ ਨੇ ਭਗਤ ਰਵਿਦਾਸ ਜੀਆਂ ਨੇ 16 ਰਾਗਾਂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ ਵਿੱਚ ਦਰਜ ਕਰਵਾਏ ਨੇ। 31 ਰਾਗ ਨੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਬਾਣੀ ਦੇ, ਉਹਦੇ ਵਿੱਚੋਂ 16 ਰਾਗ ਉਹ ਨੇ ਜਿਨ੍ਹਾਂ ਵਿੱਚ ਭਗਤ ਰਵਿਦਾਸ ਜੀਆਂ ਦੇ ਜਿਹੜੇ ਸ਼ਬਦ ਹਨ ਉਹ ਦਰਜ ਕੀਤੇ ਗਏ, ਲਿਖੇ ਗਏ। ਸੋ ਐਸੇ ਉਹ ਭਗਤ ਹਨ ਜਿਨ੍ਹਾਂ ਦੇ ਸ਼ਬਦ ਆਪਾਂ ਪੜ੍ਹਦੇ ਹਾਂ। ਸੋ ਉਹਨਾਂ ਦੇ ਬਚਨ ਆਪਾਂ ਪੜ੍ਹ ਕੇ ਸੇਧ ਲੈਂਦੇ ਹਾਂ, ਸਿਧਾਂਤ ਨੂੰ ਪ੍ਰਾਪਤ ਕਰਦੇ ਹਾਂ, ਗਿਆਨ ਨੂੰ ਪ੍ਰਾਪਤ ਕਰਦੇ ਹਾਂ ਕਿ ਮਨੁੱਖਾ ਜਨਮ ਨੂੰ ਕਿਵੇਂ ਜਿਉਣਾ ਹੈ ਅਤੇ ਸੰਸਾਰ ਵਿੱਚ ਕਿਵੇਂ ਵਿਚਰਨਾ ਹੈ। ਇੱਕ ਵਾਰੀ ਕਹਿੰਦੇ ਇੱਕ ਸ਼ਾਹੂਕਾਰ ਭਗਤ ਰਵਿਦਾਸ ਜੀਆਂ ਦੇ ਕੋਲ ਆਇਆ। ਵਿਦਵਾਨਾਂ ਨੇ ਲਿਖਿਆ ਵੀ ਇਹ ਸ਼ਾਹੂਕਾਰ ਆਪ ਪਰਮੇਸ਼ਰ ਹੀ ਸ਼ਾਹੂਕਾਰ ਬਣ ਕੇ ਆਇਆ। ਤੇ ਕਹਿਣ ਲੱਗੇ ਉਹਨਾਂ ਦੇ ਕੋਲ ਇੱਕ ਪਾਰਸ ਦਾ ਪੱਥਰ ਹੈ, ਇੱਕ ਪੱਥਰ ਹੈ ਜਿਸ ਨੂੰ ਪਾਰਸ ਆਖਿਆ ਜਾਂਦਾ, ਪਰ ਉਸ ਪਾਰਸ ਪੱਥਰ ਦੇ ਵਿੱਚ ਇਹ ਤਾਕਤ ਹੈ ਵੀ ਲੋਹੇ ਨੂੰ ਲੱਗ ਜਾਵੇ ਤੇ ਸੋਨਾ ਕਰ ਦੇਵੇ। ਤੇ ਕਹਿਣ ਲੱਗੇ ਸ਼ਾਹੂਕਾਰ ਦੇ ਮਨ ਵਿੱਚ ਵਿਚਾਰ ਆਈ ਵੀ ਭਗਤ ਰਵਿਦਾਸ ਜੀ ਬੜੇ ਗਰੀਬ ਨੇ, ਜੁੱਤੀਆਂ ਗੰਢਦੇ ਟੁੱਟੀਆਂ, ਗੰਦੀ ਜੁੱਤੀ ਲੋਕ ਲਿਆ ਕੇ ਦਿੰਦੇ, ਉਹਨੂੰ ਸਾਫ਼ ਕਰਕੇ ਫਿਰ ਉਸ ਨੂੰ ਸਿਉਂਦੇ। ਵੀ ਭਗਤ ਤੇ ਬੜੀ ਸਿਮਰਨ ਭਗਤੀ ਵਾਲੀ ਬਿਰਤੀ ਰੱਖਦੇ ਨੇ ਪਰ ਜੁੱਤੀਆਂ ਗੰਢਣ ਦਾ ਕੰਮ ਕਰਦੇ, ਕਿਉਂ ਨਾ ਹੋਵੇ ਇਹਨਾਂ ਨੂੰ ਅਮੀਰ ਕੀਤਾ ਜਾਵੇ। ਤੇ ਸ਼ਾਹੂਕਾਰ ਆ ਗਿਆ ਕੋਲ, ਇੱਕ ਪਾਰਸ ਦੀ ਵੱਟੀ ਦੇ ਕੇ ਪੱਥਰ ਦੇ ਕੇ ਆਖਿਆ ਮੈਂ ਅੱਗੇ ਯਾਤਰਾ 'ਤੇ ਜਾ ਰਿਹਾ ਹਾਂ, ਤੁਸੀਂ ਮੇਰਾ ਇਹ ਪਾਰਸ ਸਾਂਭ ਕੇ ਰੱਖ ਲਵੋ, ਮੈਂ ਵਾਪਸ ਮੁੜਾਂਗਾ ਤੇ ਤੁਹਾਡੇ ਕੋਲੋਂ ਲੈ ਲਵਾਂਗਾ। ਕਹਿਣ ਲੱਗੇ ਜਦੋਂ ਇਹ ਬਚਨ ਆਖਿਆ ਨਾ ਸ਼ਾਹੂਕਾਰ ਨੇ ਤੇ ਭਗਤ ਜੀ ਉਸ ਵੇਲੇ ਜੋੜਾ ਗੰਢਦੇ ਪਏ ਤੇ ਇਸ਼ਾਰਾ ਕੀਤਾ। ਕਹਿਣ ਲੱਗੇ ਮੈਂ ਤੇ ਕੰਮ ਲੱਗਾ ਹੋਇਆ, ਤੁਸੀਂ ਇਸ ਪਾਰਸ ਨੂੰ ਅੰਦਰ ਰੱਖ ਦਿਓ, ਝੁੱਗੀ ਦੇ ਵਿੱਚ, ਝੌਂਪੜੀ ਦੇ ਵਿੱਚ ਅੰਦਰ ਰੱਖ ਦਿਓ, ਜਦੋਂ ਵਾਪਸ ਆਓਗੇ ਫਿਰ ਤੁਸੀਂ ਲੈ ਜਾਇਓ। ਕਹਿਣ ਲੱਗੇ ਵੀ ਉਹ ਸ਼ਾਹੂਕਾਰ ਨੇ ਕੱਪੜੇ ਦੇ ਵਿੱਚ ਬੰਨ੍ਹ ਕੇ ਤੇ ਉਹ ਪਾਰਸ ਜਿਹੜਾ ਸੀ ਨਾ ਅੰਦਰ ਝੁੱਗੀ ਦੇ ਇੱਕ ਨੁੱਕਰ ਦੇ ਵਿੱਚ ਕੋਨੇ ਦੇ ਵਿੱਚ ਕਿਤੇ ਟੰਗ ਦਿੱਤਾ ਜਾਂ ਰੱਖ ਦਿੱਤਾ। ਸਮਾਂ ਬਤੀਤ ਹੁੰਦਾ ਗਿਆ, ਜਦੋਂ 2-3 ਮਹੀਨੇ ਬਤੀਤ ਹੋ ਗਏ, ਸ਼ਾਹੂਕਾਰ ਦੇ ਮਨ ਵਿੱਚ ਇਹ ਵਿਚਾਰ ਹੈ ਵੀ ਭਗਤ ਰਵਿਦਾਸ ਜੀਆਂ ਨੇ ਉਸ ਨੂੰ ਵਰਤ ਕੇ ਉਸ ਪੱਥਰ ਨੂੰ ਤੇ ਆਪਣਾ ਮਹਿਲ ਬਣਾ ਲਿਆ ਹੋਵੇਗਾ, ਧਨ ਪਦਾਰਥ ਇਕੱਠਾ ਕਰ ਲਿਆ ਹੋਵੇਗਾ, ਅਮੀਰ ਹੋ ਗਏ ਹੋਣਗੇ। ਪਰ ਜਦੋਂ ਕਈ ਮਹੀਨਿਆਂ ਬਾਅਦ ਆਏ ਨਾ ਭਗਤ ਰਵਿਦਾਸ ਜੀਆਂ ਦੇ ਕੋਲ ਤੇ ਕਹਿਣ ਲੱਗੇ ਉਸੇ ਤਰ੍ਹਾਂ ਹੀ ਉਹ ਝੁੱਗੀ ਦੇ ਬਾਹਰ, ਛੰਨ ਦੇ ਬਾਹਰ ਉਹ ਬੈਠੇ ਹੋਏ, ਉਸੇ ਤਰ੍ਹਾਂ ਜੁੱਤੀਆਂ ਨੂੰ ਗੰਢਦੇ ਪਏ ਪਹਿਲਾਂ ਦੇ ਵਾਂਗ। ਬੜੀ ਹੈਰਾਨਗੀ ਹੋਈ ਮਨ ਦੇ ਵਿੱਚ ਵੀ ਇਹਨਾਂ ਨੇ ਵਰਤਿਆ ਕੋਈ ਨਹੀਂ ਹੈ। ਤੇ ਮਨ ਵਿੱਚ ਸੋਚਿਆ ਵੀ ਸ਼ਾਇਦ ਪਤਾ ਹੀ ਨਹੀਂ ਹੋਵੇਗਾ ਤਾਂ ਨਹੀਂ ਵਰਤਿਆ। ਤੇ ਸ਼ਾਹੂਕਾਰ ਨੇ ਪੁੱਛ ਹੀ ਲਿਆ, ਕਹਿਣ ਲੱਗਾ ਭਗਤ ਜੀ ਤੁਹਾਨੂੰ ਮੈਂ ਇੱਕ ਵਸਤੂ ਦੇ ਕੇ ਗਿਆ ਸੀ, ਉਸ ਨੂੰ ਪਾਰਸ ਆਖਿਆ ਜਾਂਦਾ, ਜੇ ਲੋਹੇ ਨੂੰ ਲੱਗ ਜਾਵੇ ਤੇ ਸੋਨਾ ਬਣ ਜਾਂਦੀ ਹੈ। ਭਗਤ ਜੀ ਕਹਿਣ ਲੱਗੇ ਵੀ ਸਾਨੂੰ ਪਤਾ ਹੈ ਵੀ ਪਾਰਸ ਵਿੱਚ ਇਹ ਤਾਕਤ ਹੁੰਦੀ ਹੈ, ਲੋਹੇ ਨੂੰ, ਤਾਂਬੇ ਨੂੰ, ਪਿੱਤਲ ਨੂੰ, ਇਹਨਾਂ ਚੀਜ਼ਾਂ ਨੂੰ ਉਹ ਸੋਨਾ ਬਣਾ ਦਿੰਦਾ ਹੈ, ਇਸ ਗੱਲ ਦਾ ਸਾਨੂੰ ਪਤਾ ਹੈ। ਤੇ ਫਿਰ ਸ਼ਾਹੂਕਾਰ ਜੀ ਕਹਿਣ ਲੱਗੇ, ਕਹਿੰਦੇ ਵੀ ਉਹ ਪਾਰਸ ਮੈਂ ਤੁਹਾਨੂੰ ਦੇ ਕੇ ਗਿਆ ਸੀਗਾ, ਮੈਂ ਉਹਨੂੰ ਵਾਪਸ ਲੈਣ ਵਾਸਤੇ ਆਇਆ, ਉਹ ਕਿੱਥੇ ਹੈ। ਜਦੋਂ ਇਹ ਬਚਨ ਕੀਤਾ ਤੇ ਭਗਤ ਰਵਿਦਾਸ ਜੀ ਕਹਿਣ ਲੱਗੇ ਸ਼ਾਹੂਕਾਰ ਜੀ ਜਿੱਥੇ ਰੱਖਿਆ ਹੈ ਨਾ ਤੁਸੀਂ ਪਾਰਸ, ਉੱਥੇ ਹੀ ਵੇਖੋ, ਉੱਥੇ ਹੀ ਪਿਆ ਹੋਵੇਗਾ। ਜਦੋਂ ਇਹ ਬਚਨ ਸੁਣਿਆ ਸ਼ਾਹੂਕਾਰ ਨੇ ਤੇ ਕਹਿਣ ਲੱਗੇ ਉਸ ਵੇਲੇ ਫਿਰ ਜਦੋਂ ਝੁੱਗੀ ਦੇ ਵਿੱਚ ਜਾ ਕੇ, ਝੌਂਪੜੀ ਦੇ ਵਿੱਚ ਜਾ ਕੇ, ਜਿੱਥੇ ਸ਼ਾਹੂਕਾਰ ਨੇ ਉਹ ਪਾਰਸ ਕੱਪੜੇ ਵਿੱਚ ਲਪੇਟ ਕੇ ਰੱਖਿਆ ਸੀ ਨਾ, ਜਾ ਕੇ ਉੱਥੇ ਵੇਖਿਆ ਤੇ ਉੱਥੇ ਦਾ ਉੱਥੇ ਪਿਆ ਹੋਇਆ, ਉਹਨੂੰ ਖੋਲ੍ਹ ਕੇ ਤੱਕ ਨਹੀਂ ਵੇਖਿਆ ਵੀ ਪਾਰਸ ਹੁੰਦਾ ਕਿਹੋ ਜਿਹਾ, ਉਹਨੂੰ ਆਪਣੇ ਹੱਥ ਵਿੱਚ ਫੜ ਕੇ ਨਹੀਂ ਵੇਖਿਆ, ਉੱਥੇ ਹੀ ਪਿਆ ਰਿਹਾ। ਤੇ ਉਸ ਵੇਲੇ ਸ਼ਾਹੂਕਾਰ ਨੇ ਆਪਣਾ ਉਹ ਪੱਥਰ ਪਾਰਸ ਲੈ ਲਿਆ। ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੇ ਭਗਤ ਐਸੇ ਨੇ ਜਿਨ੍ਹਾਂ ਨੇ ਜੀਵਨ ਨੂੰ, ਨਾਮ ਨੂੰ ਆਪਣਾ ਜੀਵਨ ਬਣਾਇਆ ਹੈ। ਦੁਨੀਆ ਦੇ ਪਦਾਰਥਾਂ ਦਾ ਕੋਈ ਮੋਹ ਨਹੀਂ ਹੈ। ਸੋ ਮਹਾਰਾਜ ਬਖਸ਼ਿਸ਼ ਕਰਦੇ ਨੇ, ਕਹਿਣ ਲੱਗੇ ਹਰਸੋਂ ਹੀਰਾ ਛਾੜ ਕੇ ਕਰਹਿ ਆਨ ਕੀ ਆਸ। ਸੋ ਇਹ ਬਚਨ ਗੁਰਬਾਣੀ ਦੇ ਵਿੱਚ ਦਰਜ ਹੈ। ਕਬੀਰ ਸਾਹਿਬ ਦੇ ਆਪਾਂ ਸ਼ਲੋਕ ਪੜ੍ਹਦੇ ਹਾਂ ਤੇ ਸਭ ਤੋਂ ਅਖੀਰਲਾ ਸ਼ਲੋਕ ਇਹ ਹੈ, ਭਗਤ ਜੀ ਕਹਿਣ ਲੱਗੇ ਹਰਸੋਂ ਹੀਰਾ ਛਾੜ ਕੇ। ਹਰੀ ਪ੍ਰਮਾਤਮਾ ਜਿਹੜਾ ਆਪ ਹੀਰੇ ਵਰਗਾ ਮੁਲਕ ਹੈ, ਹੀਰੇ ਦਾ ਤੇ ਫਿਰ ਵੀ ਮੁੱਲ ਪਾਇਆ ਜਾ ਸਕਦਾ ਹੈ, ਪਰਮਾਤਮਾ ਦਾ ਮੁੱਲ ਨਹੀਂ ਪਾਇਆ ਜਾ ਸਕਦਾ, ਪਰ ਕਿਸੇ ਨਾ ਕਿਸੇ ਰੂਪ ਦੇ ਵਿੱਚ ਉਹਨੂੰ ਵਰਣਨ ਕਰਨਾ ਪਵੇਗਾ। ਇਸ ਕਰਕੇ ਪ੍ਰਮਾਤਮਾ ਨੂੰ ਉਹਦੇ ਨਾਮ ਨੂੰ ਹੀਰਾ ਕਹਿ ਕੇ ਭਗਤਾਂ ਨੇ ਸੰਬੋਧਨ ਕੀਤਾ ਹੈ। ਕਹਿਣ ਲੱਗੇ ਹਰਸੋਂ ਹੀਰਾ ਛੱਡ ਕੇ, ਰੱਬ ਵਰਗਾ ਹੀਰਾ ਛੱਡ ਕੇ।
ਸੋ ਹਰਸੋਂ ਹੀਰਾ ਛੱਡ ਕੇ ਕਰਹਿ ਆਨ ਕੀ ਆਸ। ਹੋਰਾਂ ਦੀ ਆਸ ਰੱਖ ਲੈਣੀ, ਹੋਰਾਂ ਪਾਸੇ ਤੁਰੇ ਫਿਰਨਾ, ਹੋਰਾਂ ਦੇ ਮਗਰ ਦੌੜਦੇ ਫਿਰਨਾ। ਤੇ ਨਰ ਦੋਜਕ ਜਾਹੇਂਗੇ, ਉਹ ਲੋਕ ਦੋਜਕਾਂ ਨੂੰ ਜਾਣਗੇ, ਦੋਜਕ ਤੋਂ ਭਾਵ ਨਰਕਾਂ ਨੂੰ ਜਾਣਗੇ। ਸਤ ਭਾਖੈ ਰਵਿਦਾਸ, ਭਗਤ ਰਵਿਦਾਸ ਜੀ ਕਹਿਣ ਲੱਗੇ ਬਚਨ ਸੱਚਾ ਹੈ, ਇਹ ਬਚਨ ਅਟਲ ਹੈ, ਇਹਨੂੰ ਮੋੜਿਆ ਫੇਰਿਆ ਬਦਲਿਆ ਨਹੀਂ ਜਾ ਸਕਦਾ। ਜਿਹੜੇ ਪਰਮਾਤਮਾ ਦੇ ਨਾਮ ਨੂੰ ਛੱਡ ਕੇ ਹੋਰਾਂ ਪਾਸੇ ਤੁਰੇ ਫਿਰਨਗੇ ਉਹ ਸਿੱਧੇ ਨਰਕਾਂ ਨੂੰ ਚਲੇ ਜਾਣਗੇ। ਪਰ ਇਹ ਬਚਨ ਉਹਨਾਂ ਨੇ ਲਿਖੇ ਤੇ ਉਹਨਾਂ ਨੇ ਆਖੇ ਨੇ ਜਿਨ੍ਹਾਂ ਨੇ ਆਪ ਇਹਨਾਂ ਬਚਨਾਂ ਦੀ ਕਮਾਈ ਕੀਤੀ ਹੈ। ਹੁਣ ਸ਼ਾਹੂਕਾਰ ਪਾਰਸ ਤੇ ਦੇ ਗਿਆ, ਪਰ ਭਗਤ ਜੀ ਜਾਣਦੇ ਨੇ ਵੀ ਇਹ ਪਾਰਸ ਦਾ ਕੀ ਕਰਨਾ ਹੈ, ਕਿੰਨਾ ਵੀ ਧਨ ਬਣਾ ਲਵਾਂਗਾ ਇੱਥੇ ਰਹਿ ਜਾਣਾ, ਪਰ ਨਾਮ ਦਾ ਧਨ ਜਿਹੜਾ ਹੈ ਉਹ ਮੇਰੇ ਨਾਲ ਨਿਭਣਾ ਹੈ। ਤੇ ਉਹਨਾਂ ਨੇ ਨਾਮ ਦੇ ਧਨ ਨੂੰ ਜਪਿਆ। ਆਪ ਵੀ ਬਚਨ ਲਿਖੇ ਗੁਰਬਾਣੀ ਦੇ ਵਿੱਚ, ਕਹਿਣ ਲੱਗੇ ਜਿਨ੍ਹਾਂ ਨੇ ਰੱਬ ਰੂਪੀ ਹੀਰੇ ਨੂੰ ਛੱਡ ਕੇ ਹੋਰਾਂ ਪਾਸੇ ਜਿਨ੍ਹਾਂ ਨੇ ਦੌੜਾ ਲਾ ਲਈਆਂ, ਮਾਇਆ ਕਾਰਨ ਧਾਵਹੀ ਮੂਰਖ ਲੋਕ ਅਜਾਨ। ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਬਚਨ। ਤੇ ਮਹਾਰਾਜ ਕਹਿਣ ਲੱਗੇ ਫਿਰ ਉਹ ਸਿੱਧੇ ਨਰਕਾਂ ਵਿੱਚ ਜਾਣਗੇ ਜਿਹੜੇ ਨਾਮ ਤੋਂ ਖਾਲੀ ਨੇ। ਐਸੇ ਬਚਨ ਜਿਹੜੇ ਨੇ ਉਹ ਭਗਤ ਰਵਿਦਾਸ ਜੀਆਂ ਨੇ ਗੁਰਬਾਣੀ ਦੇ ਵਿੱਚ ਬਖਸ਼ਿਸ਼ ਕਰਕੇ ਲਿਖਵਾਏ। 40 ਸ਼ਬਦ ਉਹਨਾਂ ਦੇ ਗੁਰੂ ਪਾਤਸ਼ਾਹ ਦੀ ਬਾਣੀ ਦੇ ਵਿੱਚ ਦਰਜ ਨੇ। ਅਤੇ ਇਸੇ ਤਰ੍ਹਾਂ 1490-91 ਦੇ ਵਿੱਚ ਉਹਨਾਂ ਨੇ ਆਪਣੇ ਸਰੀਰ ਨੂੰ ਤਿਆਗਿਆ, ਸਰੀਰ ਨੂੰ ਛੱਡਿਆ। ਕਾਸ਼ੀ ਦੇ ਵਿੱਚ ਵੀ ਕੁਝ ਸਮਾਂ ਉਹਨਾਂ ਨੇ ਵਿਚਰਨਾ ਕੀਤਾ, ਰਹਿਣਾ ਕੀਤਾ ਹੈ। ਸੋ ਐਸੇ ਸਨ ਭਗਤ ਰਵਿਦਾਸ ਜੀ, ਜਿਨ੍ਹਾਂ ਦਾ ਪ੍ਰਕਾਸ਼ ਦਿਹਾੜਾ ਅੱਜ ਸੰਗਤਾਂ ਥਾਵਾਂ ਥਾਵਾਂ 'ਤੇ ਜਨਮ ਦਿਹਾੜਾ ਮਨਾ ਕੇ ਉਹਨਾਂ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੀਆਂ ਨੇ। ਮਹਾਰਾਜ ਕਹਿਣ ਲੱਗੇ ਹਰ ਹਰ ਨਾਮ ਜਿਨੀ ਆਰਾਧਿਆ। ਭਗਤ ਰਵਿਦਾਸ ਵਰਗਿਆਂ ਨੇ ਜਿਨ੍ਹਾਂ ਨੇ ਪਰਮੇਸ਼ਰ ਦੇ ਨਾਮ ਨੂੰ ਆਰਾਧਿਆ ਹੈ, ਯਾਦ ਕੀਤਾ ਹੈ। ਤੇ ਮਹਾਰਾਜ ਕਹਿਣ ਲੱਗੇ ਤਿਨਕਾ ਦੁੱਖ ਭਰਮ ਭਉ ਗਿਆ। ਉਹਨਾਂ ਦਾ ਦੁੱਖ ਵੀ ਖਤਮ ਹੋ ਗਿਆ, ਉਹਨਾਂ ਦਾ ਭਰਮ ਵੀ ਖਤਮ ਹੋ ਗਿਆ, ਭਰਮ ਵੀ ਮਨ ਵਿੱਚੋਂ ਨਿਕਲ ਗਿਆ। ਅਤੇ ਦੁੱਖ ਜਿਹੜੇ ਸਰੀਰ ਕਰਕੇ ਨੇ, ਮਨ ਕਰਕੇ ਨੇ, ਪਰਿਵਾਰ ਕਰਕੇ ਨੇ, ਇਹ ਸਾਰੇ ਦੁੱਖ ਵੀ ਉਹਨਾਂ ਦੇ ਚਲੇ ਜਾਂਦੇ, ਭੱਜ ਜਾਂਦੇ ਨੇ। ਡਰ ਵੀ ਜਮਾਂ ਦਾ ਦੂਰ ਹੋ ਜਾਂਦਾ, ਜਮਾਂ ਦਾ ਡਰ ਕੋਈ ਨਹੀਂ ਰਹਿ ਜਾਂਦਾ। ਭਗਤ ਜੀਆਂ ਨੇ ਆਪ ਬਚਨ ਕੀਤੇ ਨੇ, ਕਹਿਣ ਲੱਗੇ ਵੀ ਹੁਣ ਸਾਨੂੰ ਜਮਾਂ ਦਾ ਕੋਈ ਡਰ ਹੀ ਨਹੀਂ ਰਿਹਾ ਹੈ। ਦੂਰ ਰਹੀ ਉਹ ਜਮ ਕੀ ਬਾਟ, ਜਮਾਂ ਦਾ ਰਾਹ ਤੇ ਹੁਣ ਦੂਰ ਹੀ ਰਹਿ ਗਿਆ, ਹੁਣ ਕੋਈ ਫਿਕਰ ਨਹੀਂ ਹੈ। ਐਸਾ ਉਹਨਾਂ ਦੇ ਮਨ ਵਿੱਚੋਂ ਡਰ ਖਤਮ ਹੋ ਜਾਂਦਾ ਹੈ। ਸੇਵਕ ਭਾਏ ਮਿਲੇ ਵਡ ਭਾਗੇ, ਜਿਨ ਗੁਰ ਚਰਣੀ ਮਨ ਲਾਗਾ। ਗੁਰੂ ਚਰਨਾਂ ਦੇ ਨਾਲ ਮਨ ਲੱਗਿਆ ਹੈ, ਉਹ ਸੇਵਕ ਬਣ ਕੇ ਵੱਡਿਆ ਭਾਗਾਂ ਵਾਲੇ ਗੁਰੂ ਦੇ ਨਾਲ ਮਿਲ ਜਾਂਦੇ, ਗੁਰੂ ਦੀ ਪ੍ਰਾਪਤੀ ਵਾਲੇ ਬਣ ਜਾਂਦੇ। ਵੱਡਿਆਂ ਭਾਗਾਂ ਵਾਲੇ ਆ ਕੇ ਗੁਰੂ ਨੂੰ ਮਿਲਦੇ ਨੇ। ਆਪ ਸੰਗਤ ਵਿੱਚ ਬੈਠੇ ਹੋ, ਇਹ ਵੱਡਿਆਂ ਭਾਗਾਂ ਦੀ ਨਿਸ਼ਾਨੀ ਹੈ। ਅਤੇ ਜਿਹੜੇ ਗੁਰੂ ਚਰਨਾਂ ਦੇ ਨਾਲ ਜਿਨ੍ਹਾਂ ਦੇ ਮਨ ਲੱਗ ਗਏ ਨੇ ਉਹ ਭਾਈ ਪ੍ਰਾਪਤੀ ਵਾਲੇ ਹਨ। ਕਉ ਨਾਨਕ ਹਰ ਆਪ ਮਿਲਾਏ, ਮਿਲ ਸਤਿਗੁਰ ਪੁਰਖ ਸੁਖ ਹੋਈ। ਰਾਮਦਾਸ ਪਾਤਸ਼ਾਹ ਕਹਿਣ ਲੱਗੇ ਗੁਰੂ ਨੂੰ ਭਾਈ ਉਹ ਮਿਲਦਾ ਹੈ, ਕਹੋ ਨਾਨਕ ਹਰ ਆਪ ਮਿਲਾਏ। ਜਿਹਨੂੰ ਪਰਮਾਤਮਾ ਆਪ ਚਾਹਵੇ ਨਾ ਵੀ ਐਸ ਰੂਹ ਨੂੰ, ਐਸ ਆਤਮਾ ਨੂੰ ਗੁਰੂ ਦੇ ਨਾਲ ਮਿਲਣਾ, ਉਹੀ ਆ ਕੇ ਗੁਰੂ ਨੂੰ ਮਿਲਦਾ ਹੈ। ਤੇ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਮਿਲ ਸਤਿਗੁਰ ਸੁਖ ਹੋਈ। ਸਤਿਗੁਰਾਂ ਨੂੰ ਮਿਲਣ ਦੇ ਕਰਕੇ, ਸਤਿਗੁਰੂ ਜੋ ਪੁਰਖ ਸਰੂਪ ਹਨ, ਉਹਨਾਂ ਦੇ ਨਾਲ ਮਿਲਣ ਕਰਕੇ ਭਾਈ ਭਗਤਾਂ ਨੂੰ, ਗੁਰਮੁਖਾਂ ਨੂੰ ਸਦਾ ਵਾਸਤੇ ਸੁਖ ਦੀ ਪ੍ਰਾਪਤੀ ਹੁੰਦੀ ਹੈ। ਜਿਹੜਾ ਸੁਖ ਕਿਤਿਓਂ ਨਹੀਂ ਨਾ ਪ੍ਰਾਪਤ ਹੁੰਦਾ। ਆਨੰਦ ਸਭ ਕੋ ਕਹੈ, ਆਨੰਦ ਗੁਰੂ ਤੇ ਜਾਣਿਆ। ਐਸੇ ਆਨੰਦ ਦੀ ਪ੍ਰਾਪਤੀ ਹੁੰਦੀ ਹੈ। ਗੁਰ ਜੇਵੜ ਦਾਤਾ, ਮੈਂ ਅਵਰ ਨਾ ਕੋਈ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਭਾਈ ਗੁਰੂ ਵਰਗਾ ਵੱਡਾ ਦਾਤਾ, ਗੁਰੂ ਵਰਗਾ ਵੱਡਾ ਦਾਤਾ ਦੁਨੀਆ ਵਿੱਚ ਹੈ ਹੀ ਕੋਈ ਨਹੀਂ ਹੈ। ਅਸੀਂ ਦੁਨੀਆ ਦੇ ਦਾਤਿਆਂ ਦੇ ਪਿੱਛੇ ਦੌੜੇ ਫਿਰਦੇ, ਪਰ ਗੁਰੂ ਦਾਤਾ ਹੈ ਸਭ ਤੋਂ ਵੱਡਾ, ਜਿਹੜਾ ਨਾਮ ਦੀ ਖੈਰ ਝੋਲੀ ਵਿੱਚ ਪਾਉਂਦਾ ਹੈ, ਜਿਸ ਨਾਮ ਨੂੰ ਜਪ ਕੇ ਸਾਡਾ ਭਲਾ ਹੁੰਦਾ ਹੈ। ਇਹ ਸਤਿਗੁਰਾਂ ਨੇ ਸਾਨੂੰ ਅੰਮ੍ਰਿਤ ਵੇਲੇ ਦਾ ਉਪਦੇਸ਼ ਬਖਸ਼ਿਸ਼ ਕੀਤਾ ਹੈ। ਗੁਰੂ ਪਾਤਸ਼ਾਹ ਰਹਿਮਤ ਕਰਨ, ਸਾਡੇ ਹਿਰਦੇ ਵਿੱਚ ਸਤਿਗੁਰਾਂ ਦੇ ਇਹ ਬਚਨ ਵਸ ਜਾਣ ਔਰ ਭਗਤ ਜਨਾਂ ਗੁਰਮੁਖਾਂ ਦੇ ਜੀਵਨ ਨੂੰ ਪੜ੍ਹ ਕੇ ਸੁਣ ਕੇ ਸਾਡਾ ਜੀਵਨ ਵੀ ਨਾਮ ਵਾਲੇ ਪਾਸੇ ਲੱਗੇ। ਐਸੀ ਦਾਤ ਸਤਿਗੁਰੂ ਪਾਤਸ਼ਾਹ ਜੀ ਸਾਨੂੰ ਬਖਸ਼ਿਸ਼ ਕਰਨ। ਭਗਤ ਰਵਿਦਾਸ ਜੀਆਂ ਦਾ ਪ੍ਰਕਾਸ਼ ਦਿਹਾੜਾ, ਜਨਮ ਦਿਹਾੜੇ ਦੀ ਆਪ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੇ। ਐਸੇ ਮਹਾਂਪੁਰਖਾਂ ਨੇ ਸੰਸਾਰ ਵਿੱਚ ਆ ਕੇ ਨਾਮ ਦੀ ਰੋਸ਼ਨੀ ਨੂੰ ਵੰਡਿਆ ਹੈ ਤੇ ਕਿਰਤ ਕਰਨ ਦੀ ਸਾਨੂੰ ਸਮੱਤ ਉਹਨਾਂ ਨੇ ਬਖਸ਼ੀ ਹੈ। ਗੁਰੂ ਪਾਤਸ਼ਾਹ ਰਹਿਮਤ ਕਰਨ, ਕਿਰਪਾ ਕਰਨ, ਦਿਓ ਸੱਜਣ ਅਸੀਸੜੀਆਂ।
ਜੋ ਹੋਵੈ ਸਾਹਿਬ ਸਿਓ ਮੇਲ। ਕੋ